ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਖੇਤੀਬਾੜੀ ਦੇ ਨਾਲ ਜੋ ਅਹਿਮ ਚੀਜ਼ਾਂ ਚੱਲ ਰਹੀਆਂ, ਜੋ ਇਸ ਟਾਈਮ ਸਮੇਂ ਦੇ ਵਿੱਚ ਅਪਡੇਟਸ ਚੱਲ ਰਹੀਆਂ ਹੁੰਦੀਆਂ ਆ, ਕੀ ਕੁਛ ਹੋ ਰਿਹਾ, ਕੀ ਕੁਛ ਕਰਨਾ ਚਾਹੀਦਾ ਆ, ਅਤੇ ਨਾਲ ਦੇ ਨਾਲ ਪੋਲਿਸੀਜ਼ ਨੂੰ ਲੈ ਕੇ ਵੀ ਆਪਾਂ ਅਕਸਰ ਚਰਚਾ ਇਸ ਦੇ ਵਿੱਚ ਕਰਦੇ ਹਾਂ, ਅਤੇ ਕਿਵੇਂ ਤੁਸੀਂ ਆਪਣੇ ਆਪ ਨੂੰ ਤਿਆਰ ਰੱਖਣਾ ਆ ਆਉਣ ਵਾਲੇ ਭਵਿੱਖ ਦੇ ਲਈ, ਉਹਦੇ ਬਾਰੇ ਵੀ ਚਰਚਾ ਹੁੰਦੀ ਆ। ਕੋਈ ਨਵਾਂ ਖੇਤੀ ਦੇ ਵਿੱਚ ਆ ਰਿਹਾ ਆ ਜਾਂ ਖੇਤੀ ਦੇ ਵਿੱਚ ਆਏ ਆ ਤੇ ਅਜੇ ਪਤਾ ਨਹੀਂ ਲੱਗ ਰਿਹਾ ਵੀ ਕੀ ਕਰਨਾ ਆ, ਕੀ ਨਹੀਂ ਕਰਨਾ ਆ। ਸੋ ਉਹਦੇ ਬਾਬਤ ਆਪਾਂ ਜਿਹੜਾ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਇਹ ਸ਼ੁਰੂ ਕੀਤਾ ਹੋਇਆ, ਅਤੇ ਅੱਜ ਆਪਣੇ ਨਾਲ ਦਇਆ ਦੀਪਕ ਸਿੰਘ ਜੀ, ਜੋ ਕਿ ਕਿਸੇ ਟਾਈਮ USDA ਦੇ ਮਹਿਕਮੇ ਦੇ ਵਿੱਚ ਕੰਮ ਕਰਦੇ ਸੀਗੇ, ਪਰ ਹੁਣ ਜਿਹੜੇ ਸਟੇਟ ਦੇ ਲਈ ਜਿਹੜਾ ਉਹ ਕੰਮ ਕਰਦੇ, ਪਰ ਉਹਨਾਂ ਨੂੰ ਅੰਦਰਲੇ ਭੇਤ ਜਿਹੜੇ ਉਹ ਪਤਾ ਨੇ, ਅਤੇ ਉਹ ਆਪਾਂ ਨੂੰ ਉਸ ਦੇ ਬਾਰੇ ਜਿਹੜੀਆਂ ਉਹ ਚੀਜ਼ਾਂ ਅਕਸਰ ਜਿਹੜੀ ਉਹ ਦੱਸਦੇ ਰਹਿੰਦੇ, ਚਾਹੇ ਉਹ ਗ੍ਰਾਂਟਸ ਨੂੰ ਲੈ ਕੇ ਹੋਵੇ, ਕਿਵੇਂ ਆਪਣੀ ਫਾਈਲ ਨੂੰ ਤਿਆਰ ਕਰਨਾ ਹੈ, ਉਹਦੇ ਬਾਰੇ ਵੀ ਉਹ ਆਪਾਂ ਨੂੰ ਅਕਸਰ ਡਾਕੂਮੈਂਟੇਸ਼ਨ ਬਾਰੇ ਵੀ ਦੱਸਦੇ ਰਹਿੰਦੇ ਆ। ਦਇਆ ਦੀਪਕ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਆਪਾਂ ਇਸੇ ਚੀਜ਼ ਤੋਂ ਹੀ ਕਰ ਲੈਂਦੇ ਹਾਂ। ਹਾਰਵੈਸਟਿੰਗ ਦਾ ਸੀਜ਼ਨ ਚੱਲ ਰਿਹਾ ਆ, ਕਿਸੇ ਟਾਈਮ ਜੇ ਮੈਨੂੰ ਲੱਗਦਾ ਪਿਛਲੇ ਸਾਲ ਜਾਂ ਉਹ ਤੋਂ ਪਿਛਲੇ ਸਾਲ ਧਰਨਾ ਇਸ ਟਾਈਮ ਗੱਲ ਕਰਦੇ ਹੁੰਦੇ ਤਾਂ ਤੁਸੀਂ ਬਦਾਮ ਝਾੜ ਦਿੰਦੇ ਹੋਣਾ ਸੀਗਾ, ਪਰ ਹੁਣ ਤੁਸੀਂ ਸੁਰਖਰੂ ਹੋ ਗਏ ਆ ਬਦਾਮਾਂ ਨੂੰ ਜਿਹੜਾ ਉਹ ਲੈ ਕੇ, ਪਰ ਫਿਰ ਵੀ ਤੁਹਾਨੂੰ ਨੌਲੇਜ ਆ। ਸੋ ਹਾਰਵੈਸਟਿੰਗ ਦੇ ਜਿਹੜੀ ਉਹ ਚੱਲ ਰਹੀ ਹੈ, ਕਿਵੇਂ ਦੀ ਇਸ ਟਾਈਮ ਰਿਪੋਰਟ ਆ ਰਹੀ ਹੈ? ਜੀ ਰਾਜਕਰਨ ਜੀ, ਮੈਨੂੰ ਨਾ ਕੱਲ ਹੀ ਜਸਬੀਰ ਅੰਕਲ ਦੀ ਤੇ ਕਾਲ ਆਈ ਸੀ, ਉਹ ਹੱਸ ਦਿੰਦੇ ਜਦੋਂ ਦਾ ਤੂੰ ਬਦਾਮ ਪੱਟ ਲਏ, ਕਹਿੰਦਾ ਮਹਿੰਗੇ ਬਹੁਤ ਹੋ ਗਏ, ਹੁਣ ਦਿਲ ਲਾਉਣ ਨੂੰ ਜੀਦ ਨਹੀਂ ਕਰਦਾ, ਕਾਮ ਕਰਦਾ ਦਿਲ ਕਿ ਨਹੀਂ, ਹੱਸਦੇ ਹੁੰਦੇ ਹੈਗੇ। ਤੇ ਐਨੀਵੇਜ਼ ਜੀ, ਹਾਰਵੈਸਟ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀ ਆ, ਤੇ ਐਤਕੀ ਇੱਕ ਜਿਹੜੀ ਹਾਰਵੈਸਟ ਦੇ ਨਾਲ ਨਵੀਂ ਤਾਂ ਨਹੀਂ ਪ੍ਰੋਬਲਮ, ਇਹ ਪਹਿਲਾਂ ਵੀ ਆਉਂਦੀ ਆ ਵੀ ਜਿਹੜੀ ਆ ਪਿਛਲੇ 1.5-2 ਹਫ਼ਤੇ ਦੀ ਹੀਟ ਵੇਵ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਕਿੱਦਾਂ? ਇੱਕ ਤਾਂ ਜਿਨ੍ਹਾਂ ਨੇ ਦੇਖੋ, ਜਦੋਂ ਆਪਾਂ ਹਾਰਵੈਸਟ ਕਰਦੇ ਹੁੰਦੇ ਆ, ਜਦੋਂ ਤੁਸੀਂ ਸ਼ੇਕ ਕਰ ਲਏ, ਸਵੀਪ ਨਹੀਂ ਕੀਤੇ, ਆਪਾਂ ਇਰੀਗੇਸ਼ਨ ਬੰਦ ਕਰਨੀ ਪੈਂਦੀ ਉਹਨਾਂ ਚਿਰ ਆਪਾਂ ਨੂੰ, ਪਾਣੀ ਬੰਦ ਕਰਨਾ ਪੈਂਦਾ। ਇੰਨੀ ਜ਼ਿਆਦਾ ਗਰਮੀ ਸੀ ਵੀ ਟਰੀ ਵੀ ਥੋੜੇ ਜਿਹੇ ਸਟ੍ਰੈਸ 'ਚ ਗਏ, ਜਿਨ੍ਹਾਂ ਨੇ ਪ੍ਰੋਪਰ ਉਹਨੂੰ ਨਹੀਂ ਲਾਈਨ ਅਪ ਕੀਤਾ ਹਨਾ ਇਰੀਗੇਸ਼ਨ ਦਾ ਟਾਈਮਿੰਗ, ਪਲੱਸ ਜਿਹੜੇ ਥੱਲੇ ਪਏ ਸੀਗੇ ਨਟਸ ਗਰਾਊਂਡ ਤੇ, ਉਹ ਵੀ ਸਾਈਜ਼ ਉਹਨਾਂ ਦਾ ਸ਼ਰਿੰਕ ਹੋ ਗਿਆ, ਮੋਇਸਚਰ ਘਟ ਗਿਆ, ਉਹਦੇ ਨਾਲ ਸਾਈਜ਼ ਨੂੰ ਵੀ ਫਰਕ ਪੈਣਾ। ਪਲੱਸ ਓਵਰਆਲ ਪਿਸਟੈਸ਼ੀਓ ਦੀ ਗੱਲਬਾਤ ਸੁਣ ਚ ਆ ਰਹੀ ਹੈ ਵੀ ਉਹਦੇ ਪ੍ਰਾਈਸ ਕਾਫੀ ਉੱਪਰ ਜਾ ਰਹੇ ਹੈਗੇ, ਯੀਲਡ ਬਹੁਤ ਘੱਟ, ਯੀਲਡ ਘੱਟ ਕਹਿ ਰਿਹਾ ਜੀ। ਬੰਦੇ ਨੂੰ ਤਾਂ ਉਹਨਾਂ ਕੀ ਜੁੜਨਾ। ਹਾਂਜੀ, ਇਹ ਕਈ ਵਾਰੀ ਨਾ ਬੰਦਾ ਬਹੁਤ ਭੁਲੇਖਾ ਖਾਂਦਾ, ਨੰਬਰ ਦੇਖ ਕੇ ਕਹਿੰਦਾ ਯਾਰ ਅੱਜ ਤਾਂ ਇਸ ਵਾਰ ਤਾਂ $5 ਨੂੰ ਹੋ ਗਿਆ, ਹੁਣ ਤਾਂ ਭੱਜਿਆ ਜਾਂਦਾ, ਪਰ ਉਹ ਯੀਲਡ ਵੀ ਉਹ ਤੋਂ 19% ਘਟੀ ਹੁੰਦੀ ਆ। ਹਾਂਜੀ, ਨਹੀਂ ਹੀਟ ਵੇਵ ਨਾਲ ਥੋੜਾ ਜਿਹਾ ਪਰੇਸ਼ਾਨੀ ਤਾਂ ਆਈ ਆ ਜੀ। ਦੇਖੋ, ਇੱਕ ਤਾਂ ਜਿਹੜੀ ਇਰੀਗੇਸ਼ਨ ਦੀ ਸਮੱਸਿਆ ਆਈ ਆ ਵੀ ਬੂਟਿਆਂ ਨੂੰ ਸਟ੍ਰੈਸ 'ਚ ਜਾਣਾ ਪਿਆ ਨਾ, ਉਹ ਤਾਂ ਚਲੋ ਜੋ ਵੀ ਹੈਗਾ। ਯੂਜਲੀ ਝਾੜਨ ਤੋਂ ਬਾਅਦ ਕਿੰਨੇ ਚਿਰ 'ਚ ਸਵੀਪ ਕਰ ਲੈਣੇ ਚਾਹੀਦੇ? 5 ਦਿਨਾਂ ਦੇ ਵਿੱਚ ਕਰ ਲੈਂਦੇ ਜੀ ਤਕਰੀਬਨ ਜ਼ਿਆਦਾਤਰ। ਹਾਂਜੀ, ਤੇ ਸ਼ਾਰਟੇਜ ਵੀ ਹੈ ਲੇਬਰ ਦੀ ਜਾਂ ਮਸ਼ੀਨਰੀ ਦੀ, ਕਿਉਂਕਿ ਇੰਨੀ ਗਰਮੀ ਦੇ ਵਿੱਚ ਤਾਂ ਮਸ਼ੀਨਰੀ ਵੀ ਫੇਲ ਹੁੰਦੀ ਹੋਣੀ ਆ। ਜੀ ਰਾਜਕਰਨ ਜੀ, ਮਸ਼ੀਨਰੀ ਦਾ ਉਨੀ ਆ, ਇੱਕ ਡੇ 'ਚ ਵੀ ਘੱਟ ਹੋਇਆ, ਪਰ ਅੱਗੇ ਥੋੜੀ ਜਿਹੀ ਆਪਣੇ ਕੋਲ ਵਿੰਡੋ ਓਪਨ ਹੁੰਦੀ ਹੈਗੀ। ਹੁਣ ਜਿੱਦਾਂ ਪਿਛਲੇ ਸਾਲ ਜਦੋਂ ਆਪਾਂ ਦੂਜੀ ਵੈਰਾਈਟੀ ਝਾੜਦੀ ਸੀ, ਉਦੋਂ ਮੀਂਹ ਪੈ ਗਿਆ ਸੀਗਾ ਇਸ ਵੇਲੇ ਹਨਾ, ਐਤਕੀ ਤਾਂ ਪੂਰੀ ਗਰਮੀ ਆ, ਝੁਲਸਣ ਡਿਆ ਤੇ ਬੰਦੇ ਦੀ ਵੀ ਜਾਨ ਨਿਕਲਦੀ, ਨਾਲ ਦੀ ਨਾਲ ਮਸ਼ੀਨਰੀ ਦੀ ਵੀ ਬੱਸ ਹੋ ਗਈ ਜੀ। ਸੋ ਉਹ ਸਮੱਸਿਆ ਬਹੁਤ ਜ਼ਿਆਦਾ ਦੇਖਣ ਨੂੰ ਆ ਰਹੀ ਹੈ। ਆਪਣੇ ਪੱਗ ਗਰੁੱਪ ਦੇ ਵਿੱਚ ਵੀ ਕਈ ਮੈਸੇਜ ਆ ਰਹੇ ਵੀ ਭਾਈ ਸਾਡੀ ਕੋਈ ਸਵੀਪ ਨਹੀਂ ਕਰ ਰਿਹਾ, ਵੀ ਝਾੜ ਬੈਠੇ ਆ ਤੇ ਸਵੀਪ ਨੂੰ ਨਹੀਂ ਲੱਭਦੇ ਹੁਣ। ਪਰ ਉਹਦੇ ਚ ਦੇਖੋ, ਮੈਂ ਹੁਣ ਦੋਨੇ ਪੱਖਾਂ ਤੋਂ ਵਾਕਿਫ ਹੈਗਾ ਵੀ, ਹੁਣ ਮੈਂ ਜਿਹੜੇ ਦੇ ਵਿਚਾਰੇ ਕਸਟਮ ਦਾ ਕੰਮ ਕਰਦੇ ਆ, ਮੈਂ ਉਹਨਾਂ ਨੂੰ ਵੀ ਬਹੁਤ ਨੇੜਿਓਂ ਦੇਖਿਆ ਕੰਮ ਕਰਦਾ ਵੀ ਉਹਨਾਂ ਦੀ ਵੀ ਮਜਬੂਰੀਆਂ ਬਣ ਜਾਂਦੀਆਂ। ਦੇਖੋ, ਜਿੱਦਾਂ ਆਪਾਂ ਇੰਡੀਆ 'ਚ ਖੇਤੀ ਕਰਦੇ ਸੀ, ਆਪਾਂ ਕਹਿੰਦੇ ਸੀ ਕਣਕ ਵਾਲੀ ਮਸ਼ੀਨ ਜਾਂ ਵੱਢਣ ਵਾਲੀ ਜਾਂ ਤੂੜੀ ਵਾਲੀ ਮਸ਼ੀਨ, ਕਹਿੰਦੇ ਕੰਮ ਬਹੁਤ ਔਖਾ, ਪਰ ਜਿਹੜੇ ਬਦਾਮਾਂ ਵਾਲਾ ਕੰਮ ਜੀ, ਇਹ ਉਤੋਂ ਵੀ ਔਖਾ ਕਰਨਾ, ਕਿਉਂਕਿ ਇੰਨੀ ਕੁ ਜ਼ਿਆਦਾ ਡਸਟ ਉੱਡਦੀ ਆ, ਉਹ ਡਸਟ ਦੇ ਨਾਲ ਮਸ਼ੀਨਰੀ ਇੰਨੀ ਕੁ ਜਲਦੀ ਵੀਰ ਐਂਡ ਟੇਅਰ ਹੁੰਦੀ ਆ ਨਾ, ਪੁੱਛੋ ਨਾ। ਪਲੱਸ ਉਹ ਇੰਨੀ ਜ਼ਿਆਦਾ ਗਰਮੀ ਹੋਵੇ, ਉਤੋਂ ਮਿੱਟੀ ਉੱਡਦੀ ਹੈ, ਸੋ ਮਸ਼ੀਨਰੀ ਬ੍ਰੇਕਡਾਊਨ ਦੀ ਸਮੱਸਿਆ ਬਹੁਤ ਜ਼ਿਆਦਾ ਆਈ ਹੈ ਜੀ। ਸੋ ਮਸ਼ੀਨਾਂ ਦਾ ਵੀ ਫਰਕ ਪਈ ਜਾਂਦਾ ਹੈ। ਬਿਲਕੁਲ। ਸੋ ਇਦਾਂ ਹੁੰਦਾ ਜੀ, ਇਕੱਲੇ ਲੇਬਰ ਦੀ ਨਹੀਂ ਸ਼ਾਰਟੇਜ, ਮਿਸਤਰੀਆਂ ਦੀ ਵੀ ਸ਼ਾਰਟੇਜ ਬਹੁਤ ਜ਼ਿਆਦਾ ਆ ਰਹੀ ਆ। ਹਾਂ, ਠੀਕ ਕਰਨ ਵਾਲਿਆਂ ਦੀ ਵੀ। ਸੋ ਠੀਕ ਕਰਨ ਵਾਲੇ ਵੀ ਨਹੀਂ, ਕਈਆਂ ਦੇ ਆਪਣੇ ਗਰੁੱਪ 'ਚ ਵੀ ਮੈਸੇਜ ਆਉਂਦੇ, ਉੱਦਾਂ ਵੀ ਕਈਆਂ ਨੇ ਰੀਚ ਆਊਟ ਕੀਤਾ ਵੀ ਭਾਈ ਸਾਨੂੰ ਕੋਈ ਬੰਦਾ ਦਿਓ, ਸਾਡੀ ਮਸ਼ੀਨ ਕੱਢ ਗਈ। ਸੋ ਇਸ ਵਾਰ ਅਰਲੀ ਵੀ ਹੈ ਥੋੜੀ ਹਾਰਵੈਸਟ ਥੋੜੀ ਅਰਲੀ ਹੈ ਜੀ ਐਤਕੀ। ਹਾਂ, ਪੱਕ ਜਲਦੀ ਗਏ ਆ, ਹਾਂਜੀ। ਇਹ ਕੰਮ ਜਿਹੜਾ ਹੋਇਆ ਉਹਦੇ ਨਾਲ ਫਿਰ ਸਭ ਕੁਝ ਕਾਲ ਦੇ ਵਿੱਚ ਕਰਨਾ ਪੈ ਰਿਹਾ। ਹਾਂਜੀ, ਉਹ ਵੀ ਆ, ਪਲੱਸ ਸਾਈਜ਼ ਵੀ ਕਹਿੰਦੇ ਐਤਕੀ ਕੁਛ ਹੱਦ ਤੱਕ ਛੋਟਾ ਹੋਣ ਦੀ ਸੰਭਾਵਨਾ, ਯੀਲਡ ਵੀ ਘੱਟ ਆਊਗੀ ਹੀਟ ਵੇਵ ਦੇ ਨਾਲ। ਮਤਲਬ ਇਹਦਾ ਵੀ ਰੇਟ ਵਧ ਰਿਹਾ ਹੁਣ? ਹਾਂਜੀ, 3.5 ਦੇ ਇਰਦ ਗਿਰਦ ਪਹੁੰਚ ਗਿਆ। ਇਹ ਜਿਹੜੀ ਅੱਜ ਦੀ ਰੇਟ ਆਈ ਹੈ ਵੀਰੇ, ਉਹ 3.5 ਦੇ ਲਾਗੇ ਪਹੁੰਚ ਗਈ। ਇਨਸ਼ੀਅਲ ਨਾਨ ਪ੍ਰੈਲੈਂਸ਼ੀਅਲ 340 ਦਾ ਮੈਂ ਦੇਖਿਆ ਸੀ ਹਾਈਐਸਟ ਹੈ ਨਾ। ਗ੍ਰੇਡ ਦਾ ਕੋਈ ਫਰਕ ਹੈ ਕਿ ਨਹੀਂ?
ਗ੍ਰੇਡ ਐਤਕੀ ਓਵਰਆਲ ਛੋਟੀ ਆ, ਪਰ ਉਹ ਬਰਾਬਰ ਹੀ ਇੰਨਾ ਹੀ ਦੇ ਰਹੇ ਆ। ਇਨੀਸ਼ੀਅਲ ਤਾਂ ਸੁਣਨ ਚ ਆਇਆ ਵੀ 1-2 ਕੰਪਨੀਆਂ ਨੇ ਜਿਨ੍ਹਾਂ ਨੇ ਉਹ ਵੀ ਗ੍ਰੇਡ ਕਰਨੇ ਸ਼ੁਰੂ ਕਰਨੇ ਆ ਇਨੀਸ਼ੀਅਲ ਨੂੰ ਵੀ। ਹਾਂਜੀ, ਉਹ ਕਿੱਦਾਂ ਕਰਨਗੇ ਪਤਾ ਨਹੀਂ, ਇਹ ਦੇਖੋ ਮੇਰੇ ਹਜੇ ਉੱਡਦੀ ਗੱਲ ਹੀ ਸੁਣਿਆ ਵੀ ਮਿੰਟਨ ਹੋ ਗਿਆ ਜਾਂ 1-2 ਹੋਰ ਆ ਵੀ ਜਿਨ੍ਹਾਂ ਨੇ ਉਹਨਾਂ ਨੇ ਵੀ ਗ੍ਰੇਡ ਕਰਨਾ ਲੱਗਣਾ। ਬਗੈਰ ਕੱਢੇ ਨਟ ਨੂੰ ਕਿੱਦਾਂ ਗ੍ਰੇਡ ਆਈ ਕਰਨਗੇ? ਥਿੰਕ ਉਹਨਾਂ ਕੋਲ ਸੈਂਪਲ ਸਾਈਜ਼ ਕੱਢ ਲੈਂਦੇ ਹੋਣੇ ਜੀ ਵਿੱਚੋਂ ਕੁਛ ਕੁ। ਹਾਂਜੀ। ਬਾਕੀ ਪਤਾ ਨਹੀਂ, ਦੇਖੋ ਇਹ ਸੁਣਨੀ ਸੁਣਾਈ ਗੱਲ ਹੈ ਜੀ, ਮੈਂ ਕਨਫਰਮ ਨਹੀਂ ਕਰ ਸਕਦਾ ਵੀ ਇਹ ਸੱਚ ਹੈ ਕਿ ਨਹੀਂ, ਪਰ ਓਵਰਆਲ ਇਨੀਸ਼ੀਅਲ ਦੀ ਪ੍ਰਾਈਸ। ਪਰ ਮੈਂ ਆਪਾਂ ਅੰਡਰਸਟੈਂਡ ਕਰਦੇ ਹਾਂ ਦयादीप ਸਿੰਘ ਜੀ, ਇਦਾਂ ਹੋ ਸਕਦਾ ਕਾਰਨ ਕੀ ਆ ਵੀ ਫਿਰ ਅਗਲੇ ਗ੍ਰੇਡ ਦੇ ਹਿਸਾਬ ਦੇ ਨਾਲ ਫਿਰ ਪੈਸੇ ਵੀ ਘੱਟ ਦੇਣਗੇ। ਬਿਲਕੁਲ ਜੀ, ਉਹਨਾਂ ਨੇ ਤਾਂ ਬਚਾਉਣੇ ਆ ਨਾ। ਹਾਂ, ਜੇ ਤੁਸੀਂ ਦੇਖੋ ਵੀ ਤੁਸੀਂ ਤਾਂ ਹੁਣ ਉਗਾ ਤੇ, ਤੁਸੀਂ ਤਾਂ ਝਾੜ ਤੇ, ਤੁਸੀਂ ਤਾਂ ਪੰਚਾਇਤ ਤੇ ਫਿਰ ਬੰਦੇ ਨੂੰ ਇਸ ਤਰੀਕੇ ਦੇ ਨਾਲ ਦੇਖਣਾ ਨਹੀਂ ਜਿਹੜਾ ਓਵਰਆਲ ਜੀ ਪ੍ਰੋਸੈਸਰਾਂ ਨੂੰ ਆਪਾਂ ਕੁਝ ਹੱਦ ਤੱਕ ਮਨ ਚ ਖੋਟ ਆਪਾਂ ਮੰਨ ਕੇ ਚੱਲਦੇ ਆ ਵੀ ਕੁੰਡੀ ਲਾਉਂਦੇ ਆ ਜਾਂ ਤਰੀਕੇ ਲੱਭਦੇ ਆ ਵੀ ਜਿਹਦੇ ਨਾਲ ਉਹਨਾਂ ਦੀ ਮਾਰਜਿਨ ਹਮੇਸ਼ਾ ਹੀ ਜ਼ਿਆਦਾ ਰਵੇ। ਸੋ ਪਰ ਸੋ ਫਾਰ ਜਿਹੜੇ ਬਦਾਮਾਂ ਦੀ ਪ੍ਰਾਈਸਿੰਗ ਆ ਉਹ ਸੋਹਣੀ ਨਜ਼ਰ ਆ ਰਹੀ ਹੈ ਜੀ, ਯੀਲਡ ਵੀ ਘੱਟ ਹੋਗੀ। ਸੋ ਇਸ ਵਾਰ ਦयादीप ਸਿੰਘ ਜੀ ਜਿੱਦਾਂ ਪਿਛਲੇ ਸਾਲ ਹੀ ਸੀਗਾ ਜਿਹੜੀ ਉਹ ਨੈਸ ਰਿਪੋਰਟ ਸੀਗੀ, ਹਾਂਜੀ, ਉਹਨੇ ਬੜਾ ਮੈਸ ਪਾਇਆ ਸੀਗਾ। ਹਾਂਜੀ, ਇਸ ਵਾਰ ਉਹ ਬੰਦ ਤਾਂ ਉਹਨਾਂ ਨੇ ਕਰਤੀ ਆ, ਪਰ ਕਿੰਨਾ ਕੁ ਇਹਨਾਂ ਦਾ ਹੈਗਾ ਆ ਕਿਆਸ ਰਹੀ ਕਿੰਨੀ ਕੁ ਵੀ ਕਿੰਨਾ ਕੁ ਯੀਲਡ ਜਿਹੜੀ ਓਵਰਆਲ ਇਹ ਸੋਚ ਰਹੇ ਆ ਵੀ 2.5 ਬਿਲੀਅਨ ਆ, 3 ਆ, ਜਾਂ ਕਿੱਥੇ ਆ, ਉਤੋਂ ਥੱਲੇ ਉੱਤੇ ਕੀ ਆ ਦੱਸਦੇ ਜੀ ਰਾਜਕਨ ਜੀ? ਪਿਛਲੀ ਪ੍ਰੈਡਿਕਸ਼ਨ ਆਪਣੀ 2.6 ਕੇ 2.7 ਬਿਲੀਅਨ ਦੀ ਸੀਗੀ ਸ਼ਾਇਦ। ਠੀਕ ਹੈ, ਪਰ ਇਸ ਵਕਤ ਫੀਲਡ ਦੇ ਹਾਲਾਤਾਂ ਤੋਂ ਲੱਗ ਰਿਹਾ ਵੀ 2.5 ਨਹੀਂ ਕ੍ਰਾਸ ਕਰੂਗੀ। ਅੱਛਾ, ਹਾਂਜੀ, 2.5 ਤੋਂ ਥੱਲੇ 2.5 ਤੋਂ ਥੱਲੇ ਰਹੂਗੀ। ਤੇ ਏਕੜੇਜ ਵੀ ਘਟੀ ਆ। ਏਕੜੇਜ ਵੀ ਓਵਰਆਲ ਪਹਿਲੇ ਹੋਈ ਆ ਜਿਹੜੀ ਸ਼ਰਿੰਕੇਜ ਹੋਈ ਆ ਜੀ ਆਲਮੰਡ ਦੀ ਏਕੜੇਜ ਚ। ਸੋ ਪਰ ਪ੍ਰਾਈਸਿੰਗ ਸੋਹਣੀ ਹੋ ਰਹੀ ਆ ਵਿਚ ਇਜ਼ ਗੁੱਡ ਥਿੰਗ, ਪਰ ਉਹਦੇ ਨਾਲ ਆਪਣੀ ਬੈਲੈਂਸ ਹੀ ਹੋਣਾ ਉੱਥੇ ਕੀ, ਬੈਲੈਂਸ ਹੀ ਹੋਣਾ ਜੀ ਬਿਲਕੁਲ। ਜੇ ਤੁਹਾਡੀ ਪ੍ਰਾਈਸ ਵਧ ਗਈ ਤਾਂ ਯੀਲਡ ਘਟ ਗਈ, ਤੁਹਾਨੂੰ ਤਾਂ ਨੈਟ ਪ੍ਰੋਫਿਟ ਥੋੜਾ ਜਿਹਾ ਫਾਇਦਾ ਹੋ, ਥੋੜਾ ਜਿਹਾ ਹੋਊਗਾ ਜੀ, ਕਿਉਂਕਿ ਪ੍ਰਾਈਸ ਪਹਿਲਾਂ ਦੇ ਨਾਲ ਪਿਛਲੇ ਸਾਲ ਦੀ 2.5 ਦੀ ਗਿਟ ਸੀਗੀ, 2-2.5 ਦੀ ਰੇਂਜ ਦੇ ਵਿੱਚ ਸੀ। ਡਾਲਰ ਤੱਕ ਆਲਮੋਸਟ ਜਿਹੜਾ ਉਹ ਵੱਧ ਗਿਆ ਹੈਗਾ ਜੀ, ਵਿਚ ਇਜ਼ ਅ ਹਿਊਜ ਜੰਪ ਨਾ। ਤੇ ਇਨਪੁਟ ਕਾਸਟ ਵੀ ਉਨੀ ਵੱਧ ਗਈ ਸੀਗੀ ਜੀ, ਇਨਪੁਟ ਤਾਂ ਜ਼ਿਆਦਾ ਹੀ ਵੱਧ ਗਈ ਜੀ ਆਹ ਸਾਲ ਦੇ ਵਿੱਚ ਨਾ, ਜਿੱਦਾਂ ਖਾਸ ਕਰਕੇ ਇਰਾਨ ਵਾਲੀ ਵਾਰ ਨੇ ਕਾਫੀ ਇੰਪੈਕਟ ਕੀਤਾ ਵੀ ਤੇਲ ਡੀਜ਼ਲ ਦੇ ਧੂਆਂ ਕੱਢਤਾ। ਡੀਜ਼ਲ ਦੇਖ ਲਓ, ਸਾਡੇ ਪਿਛਲੇ ਸਾਲ ਨੂੰ ਰੈਡ ਡੀਜ਼ਲ ਫਰਵਰੀ ਦੇ ਵਿੱਚ 275 ਨੂੰ ਗੈਲਨ ਸੀਗਾ ਜੀ, ਤੇ ਹੁਣ ਤੇ ਐਤਕੀ 450 ਦੀ ਰੇਂਜ ਦੇ ਵਿੱਚ ਮੈਂ ਸੁਣ ਰਿਹਾ ਆਲਮੋਸਟ ਡਬਲ ਹੋ ਗਿਆ। ਆਲਮੋਸਟ ਡਬਲ ਹੋ ਗਿਆ, ਵਿੱਚ ਜੇ ਤਾਂ ਵੱਧ ਵੀ ਦਿੱਤਾ ਹੋਣਾ। ਹਾਂਜੀ, ਤੇ ਲੋਕਾਂ ਨੇ ਤਾਂ ਪੂਰੇ ਟੈਂਕ ਵੀ ਨਹੀਂ ਭਰਾਏ, ਇਹ ਵੀ ਪਤਾ ਲੱਗਦਾ ਰਿਹਾ। ਹਾਂਜੀ, ਮਹਿੰਗਾ ਇੰਨਾ ਜ਼ਿਆਦਾ ਸੀ ਕਹਿੰਦੇ। ਇੱਕ ਨਾ ਚਲੋ ਇਹ ਔਨ ਅ ਸਾਈਡ ਨੋਟ ਆ, ਚਲੋ ਥੋੜਾ ਜਿਹੀ ਫਨੀ ਗੱਲ ਆ, ਕਹਿੰਦੇ ਜਦੋਂ ਤੇਲ ਮਹਿੰਗਾ ਹੋਇਆ ਕਹਿੰਦੇ ਜੀ ਸਾਨੂੰ ਤਾਂ ਕੋਈ ਫਰਕ ਨਹੀਂ ਪਿਆ, 20 ਦਾ ਉਦੋਂ ਭਰਾਉਂਦੇ ਸੀ 20 ਦਾ ਹੁਣ ਭਰਾਉਂਦੇ ਆ। ਹੁਣ ਉਹ ਗੱਲ ਜਿਹੜੀ ਉਹ ਹੋਈ ਪਈ, ਉਹ ਵੀ ਬੰਦਿਆਂ ਨੂੰ ਉਸ ਹਿਸਾਬ ਦੇ ਨਾਲ ਸੋਚਣਾ ਪੈਂਦਾ ਵੀ ਭਾਈ ਖਰਚਾ ਤਾਂ ਅਸੀਂ ਇੰਨਾ ਕੀ ਕਰ ਸਕਦੇ ਆ, ਉਹਦੇ ਹਿਸਾਬ ਨਾਲ ਫਿਰ ਬੰਦਾ ਸਰਫਾ ਕਰਨਾ ਪੈਂਦਾ ਜੀ ਰਾਜਕਨ ਜੀ। ਸੋ ਖਰਚੇ ਤੋਂ ਜ਼ਿਆਦਾ ਹੀ ਗੱਲ ਵੀ ਆਪਾਂ ਕਹਿੰਦੇ ਵੀ ਇਨਪੁਟ ਕਾਸਟ ਵਧੀ, ਸੋ ਆਪਾਂ ਆਪਾਂ ਕਨਕਲੂਡ ਕਰਤਾ ਵੀ ਯੀਲਡ ਘਟ ਗਈ ਹੈ ਨਾ ਸਾਲ। ਪਰ ਆਪਾਂ ਇਹ ਵੀ ਦੇਖੀ ਨਾ, ਜਦੋਂ ਦੀ ਲੜਾਈ ਲੱਗੀ ਲੋਕਾਂ ਨੇ ਉਦੋਂ ਨਹੀਂ ਨਾ ਪਤਾ ਸੀ ਬਦਾਮ ਮਹਿੰਗੇ ਹੋ ਜਾਣਗੇ, ਉਹਨਾਂ ਨੇ ਆਪਣੀ ਇਨਪੁਟ ਕਾਸਟ ਦੇ ਵਿੱਚ ਵੀ ਥੋੜੀ ਜੀ ਘੱਟ ਪੈਸਾ ਸਪੈਂਡ ਕੀਤਾ, ਜਿਹਦੇ ਨਾਲ ਵੀ ਹੋ ਸਕਦਾ ਵੀ ਯੀਲਡ ਘੱਟ ਆਵੇ ਐਤਕੀ, ਕਿਉਂਕਿ ਉਦੋਂ ਯੂਰੀਆ ਫਰਟੀਲਾਈਜ਼ਰ ਬਹੁਤ ਮਹਿੰਗਾ ਸੀ ਜੀ। ਸੋ ਤਕਰੀਬਨ ਸਾਰੇ ਬਜਟ ਤੇ ਹੀ ਚੱਲ ਰਹੇ ਹਾਂਗੇ ਆਪਾਂ, ਸੋ ਉਹਦੇ ਹਿਸਾਬ ਨਾਲ ਆਪਣੀ ਇਨਪੁਟ ਘੱਟ ਕਰਤੀ ਸੀਗੀ ਸਾਰਿਆਂ ਨੇ। ਸੋ ਕਾਫੀ ਚੀਜ਼ਾਂ ਦਾ ਜਿਹੜਾ ਅਸਰ ਪਿਆ। ਉਤੋਂ ਆਪਾਂ ਇਹ ਵੀ ਦੇਖਿਆ ਆ ਨਾਲ ਹੀ ਦयादीप ਸਿੰਘ ਜੀ ਵੀ ਗਰੰਟਾਂ ਵੀ ਬਹੁਤ ਘਟੀਆਂ ਨਾ। ਦੇਖੋ ਜੀ, ਸਾਰੇ ਉਹ ਸਭ ਤੋਂ ਵੱਡਾ ਅਸਰ ਜਿਹੜਾ ਉਹ ਵੀ ਨਾਲ ਦੇ ਨਾਲ ਰਿਹਾ ਹੈ। ਰਾਜਕਨ ਜੀ, ਗਰੰਟ ਵਾਲਾ ਕਾਫੀ ਸੈਂਸਿਟਿਵ ਟੌਪਿਕ ਹੈਗਾ, ਸੋ ਆਪਾਂ ਸਾਰਾ ਗੋ ਥਰੂ ਕਰ ਲੈਂਦੇ ਵੀ ਕੀ ਹੋਇਆ ਕੀ ਨਹੀਂ ਹੋਇਆ। ਪਰ ਓਵਰਆਲ ਜਿਹੜੀ ਗ੍ਰਾਂਟਸ ਵਾਲੀ ਸਿਚੁਏਸ਼ਨ ਕੋਈ ਬਾਲੀ ਆਪਣੇ ਗਰੋਅਰਸ ਦੇ ਫੇਵਰ ਚ ਨਹੀਂ ਰਹੀ ਆਹ ਸਾਲ ਦੇ ਵਿੱਚ ਨਾ। ਅੱਗੇ ਦੇਖੋ, ਮੈਂ ਪਿਛਲੇ 4-5 ਸਾਲਾਂ ਤੋਂ ਆਪਾਂ ਪ੍ਰੋਗਰਾਮ ਕਰਦੇ ਹੁੰਦੇ ਆ, ਮੈਂ ਹਮਾ ਕੇ ਕਹਿਣਾ ਹੁੰਦਾ ਵੀ ਭਾਈ ਭਰ ਦੋ ਜਾ ਕੇ ਨਿਕਲ ਆਊਗੀ। ਉਦੋਂ ਮੈਂ ਵੀ ਆਪਟੀਮਿਸਟਿਕ ਹੁੰਦਾ ਸੀਗਾ ਵੀ ਹੋ ਜੂਗਾ ਬਣ ਜੂ ਗੱਲ। ਵੀ ਹਾਲਾਂਕਿ ਜੇ ਸਾਰਾ ਨਾ ਬਣੇ, ਮੈਨੂੰ ਹੁੰਦਾ ਸੀ ਜੇ 60-70% ਸਕਸੈਸ ਰੇਟ ਵੀ ਆ ਜੇ ਨਾ ਤਾਂ ਉਹ ਵੀ ਬਹੁਤ ਆਪਾਂ ਉਹਨੂੰ ਸੋਹਣਾ ਮੰਨ ਕੇ ਚੱਲਦੇ ਆ। ਵੀ ਜ਼ਰੂਰੀ ਨਹੀਂ ਵੀ ਸਾਰੇ ਪ੍ਰੋਜੈਕਟ ਹੀ ਫੰਡ ਹੋਣੇ, ਪਰ ਆਹ ਸਾਲ ਤਾਂ ਬਹੁਤ ਹੀ ਜ਼ਿਆਦਾ ਅਜੀਬ ਸੀਗਾ ਜੀ। ਕਿੰਨਾ ਘੱਟ ਜਿਹੜੀਆਂ ਗ੍ਰਾਂਟਾਂ ਹੋਈਆਂ ਅਪਰੂਵ ਜੀ? ਸਾਰਿਆਂ ਤੋਂ ਪਹਿਲਾਂ ਦੇਖੋ, ਇੱਕ ਆਪਣੀ ਇੱਥੇ ਗ੍ਰਾਂਟ ਸੀਗੀ USDA ਦਾ ਇੱਕ ਮਹਿਕਮਾ ਜੀ, RD ਰੂਰਲ ਡਿਵੈਲਪਮੈਂਟ ਹੈ ਨਾ, ਉਹਦੇ ਵਿੱਚ ਇੱਕ ਗ੍ਰਾਂਟ ਸੀਗੀ, ਉਹਨੂੰ ਕਹਿੰਦੇ ਰੀਪ ਗ੍ਰਾਂਟ, ਜਿਹੜੀ ਪਹਿਲਾਂ 25% ਸੋਲਰ ਦਾ ਕਵਰ ਕਰਦੀ ਹੁੰਦੀ ਸੀਗੀ, ਤੇ ਤੁਹਾਨੂੰ ਉੱਤੋਂ ਟੈਕਸ ਕ੍ਰੈਡਿਟ ਮਿਲ ਜਾਂਦਾ ਸੀ 30% ਨਾ, ਜਿਹਦੀ ਲਾਇਬਿਲਿਟੀ ਹੈਗੀ ਆ। ਸੋ ਘੁੰਮ ਘੁਮਾ ਕੇ ਤੁਹਾਨੂੰ 50% ਦੇ ਵਿੱਚ ਪੈਸੇ ਲਾ ਕੇ ਤੁਹਾਨੂੰ ਸੋਲਰ ਲੱਗ ਸਕਦਾ ਸੀਗਾ। ਠੀਕ ਆ।
ਤੇ ਫਿਰ ਜਦੋਂ ਦੀ ਬਾਈਡਨ ਐਡਮਿਨਿਸਟ੍ਰੇਸ਼ਨ ਆਈ ਉਹਨਾਂ ਨੇ ਉਹ 25 ਤੋਂ ਵਧਾ ਕੇ 50 ਕਰਤਾ ਸੀਗਾ ਇਨਫਲੇਸ਼ਨ ਰਿਡਕਸ਼ਨ ਐਕਟ ਵਿੱਚ ਪਾ ਕੇ ਨਾ, ਵੀ ਤੁਹਾਨੂੰ 50% ਦੀ ਸਬਸਿਡੀ ਸੋਲਰ ਤੇ ਉਹ ਪ੍ਰੋਗਰਾਮ 'ਚ ਮਿਲਦੀ ਸੀ, 30% ਤੁਹਾਨੂੰ ਟੈਕਸ ਕ੍ਰੈਡਿਟ ਮਿਲ ਜਾਂਦਾ ਸੀ, ਪਲੱਸ ਬੋਨਸ ਡੈਪਰੀਸ਼ੀਏਸ਼ਨ ਲੈ ਕੇ ਬੰਦੇ ਨੇ ਕਿੰਨੇ ਕੁ ਲੱਗਦੇ ਸੀ, ਮਤਲਬ ਆਲਮੋਸਟ ਜੇ ਤੁਹਾਡੀ ਟੈਕਸ ਲਾਇਬਿਲਿਟੀ ਹੈਗੀ ਆ ਤੇ ਫਿਰ ਉਹ ਕੱਟ ਕਟਾ ਕੇ ਤੁਸੀਂ ਸਮਝੋ ਵੀ 35-40% ਦੇ ਵਿੱਚ ਤੁਹਾਡਾ ਸੋਲਰ ਲੱਗ ਜਾਂਦਾ ਸੀਗਾ। ਕਿਤੇ 50 ਤੋਂ ਉੱਤੇ ਲੱਗਣਾ ਸੀ ਜਾਂ 50 ਤੋਂ ਵੱਧ 75। ਸੋ ਹੋਇਆ ਕਿ ਜੀ ਰੀਪ ਤਾਂ ਆਪਣੇ ਸਰਦਾਰ ਜੀ ਨੇ ਆਉਣ ਸਾਰੀ ਬੰਦ ਕਰਤੀ, ਸਰਪੰਚ ਸਾਹਿਬ ਨੇ ਚੱਕ ਤੇ ਫੱਟੇ ਸਾਰੇ ਤੋਂ ਪਹਿਲਾਂ ਹਾਥੀ ਉਹਨੇ ਗ੍ਰੀਨ ਐਨਰਜੀ ਇਹਨੂੰ ਪਾਇਆ ਹਨਾ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਉਹ ਵੀ ਚਲੀ ਗਈ। ਸੋ ਲੋਕਾਂ ਦੇ ਜਿਹੜੇ ਸੋਲਰ ਫਾਰਮ ਬਣਾਉਣ ਨੂੰ ਫਿਰਦੇ ਹੋਣੇ ਉਹ ਤਾਂ ਰਹਿ ਗਏ ਵਿੱਚ ਸੋਲਰ ਫਾਰਮ ਸਾਰੇ ਪੌਜ਼ ਤੇ ਆ ਜੀ ਮੋਸਟਲੀ। ਉਹਨਾਂ ਨੇ ਕੋਈ ਟਾਈਮਲਾਈਨ ਦਿੱਤੀ ਸੀ ਪਤਾ ਨਹੀਂ 27 ਤੱਕ ਜਿਹੜੇ ਕੰਪਲੀਟ ਕਰਨਗੇ ਉਹ ਟੈਕਸ ਐਲੀਜੀਬਲ ਆ ਕਮਰਸ਼ੀਅਲ ਹਨਾ, ਘਰਾਂ ਦੀ ਤਾਂ ਆਟੋਮੈਟਿਕਲੀ ਗੌਨ ਕੇਸ ਹੋ ਗਿਆ 30% ਵਾਲਾ, ਇੱਕ ਤਾਂ ਸਬਸਿਡੀ ਚਲੀ ਗਈ ਉਤੋਂ ਟੈਕਸ ਕ੍ਰੈਡਿਟ ਵੀ ਚਲਾ ਗਿਆ ਚਲਾ ਜਾਊਗਾ। ਸੋ ਇਹ ਬਹੁਤ ਵੱਡੀ ਮੇਰੇ ਹਿਸਾਬ ਨਾਲ ਹਿੱਟ ਲੱਗੀ, ਖਾਸ ਕਰਕੇ ਜਿਨ੍ਹਾਂ ਦੇ ਪੰਪ ਵੱਡੇ ਸੀਗੇ, ਹੁਣ ਤੁਹਾਨੂੰ ਬਿੱਲ ਵੀ ਦੇਣਾ ਪੈਣਾ, ਉਧਰੋਂ ਐਲੀਜੀਬਲ ਨਹੀਂ। ਸੋ ਇਹ ਤਾਂ ਹੋ ਗਿਆ ਜੀ ਇੱਕ ਹੈ ਨਾ ਪ੍ਰੋਗਰਾਮ। ਦੂਜਾ ਸੀਗਾ ਜਿਹੜਾ ਆਪਣਾ ਪ੍ਰੋਗਰਾਮ ਜਿਹੜੇ ਮਹਿਕਮੇ ਦੇ ਵਿੱਚ ਮੈਂ ਕੰਮ ਕਰਦਾ ਸੀ NRCS ਦੇ ਵਿੱਚ। ਰਾਜਕਾਨ ਜੀ ਤੁਸੀਂ ਯਕੀਨ ਨਹੀਂ ਕਰਨਾ, ਕੁਛ ਕੁ ਰਾਖਵੇਂ ਫੰਡਾਂ ਨੂੰ ਛੱਡ ਕੇ ਸਾਰੀ ਸਟੇਟ ਦੇ ਵਿੱਚੋਂ ਲਗਭਗ 3 ਪ੍ਰੋਜੈਕਟ ਹੀ ਡ੍ਰਿਪ ਦੇ ਸਿਲੈਕਟ ਹੋਏ ਫੰਡਿੰਗ ਲਈ। ਤੁਸੀਂ ਲਾ ਲਓ ਪੂਰੇ ਕੈਲੀਫੋਰਨੀਆ ਕੁਛ ਕੁ ਵਾਟਰ ਡਿਸਟ੍ਰਿਕਟ ਇਹੋ ਜਿਹੇ ਸੀਗੇ ਜਿਨ੍ਹਾਂ ਦਾ ਰਾਖਵਾਂ ਪੈਸਾ ਸੀਗਾ ਉਹਨਾਂ ਕੋਲ, ਉਹਨਾਂ ਨੂੰ ਦੇਣੇ ਆ, ਉਹਨਾਂ ਨੂੰ ਉਹਨੂੰ ਕਹਿੰਦੇ ਆ ਜੀ ਵਾਟਰ ਸਮਾਰਟ ਪ੍ਰੋਜੈਕਟ ਕਹਿੰਦੇ ਆ। ਠੀਕ ਹੈ, ਉਹ ਪੈਸਾ ਜਿਹੜਾ NRCS ਕੋਲੇ ਆਇਆ ਉਹਨਾਂ ਦਾ ਆਪਦਾ ਪੈਸਾ ਨਹੀਂਗਾ, ਉਹ ਬਿਊਰੋ ਆਫ ਰੈਕਲਾਮੇਸ਼ਨ ਦਾ ਪੈਸਾ। NRCS ਸਿਰਫ ਉਸ ਪੈਸੇ ਨੂੰ ਡਿਸਟ੍ਰੀਬਿਊਟ ਹੀ ਕਰਦਾ ਸੀਗਾ। ਸੋ ਜਿੱਦਾਂ ਕਿ ਉਹਦੇ ਵਿੱਚ ਮਡੇਰਾ ਇਰੀਗੇਸ਼ਨ ਡਿਸਟ੍ਰਿਕਟ ਹੋ ਗਿਆ, ਫ੍ਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਹੋ ਗਿਆ, ਹੋਰ ਕਈ 5-6 ਹੈਗੇ ਮਤਲਬ ਉਹ ਤਾਂ ਉਹਨਾਂ ਨੇ ਰਾਖਵਾਂ ਪੈਸਾ ਜਿੰਨਾ ਐਲੋਕੇਟਡ ਸੀ ਉਹ ਡਿਸਟ੍ਰੀਬਿਊਟ ਕੀਤਾ। ਪਰ ਓਵਰਆਲ ਜਿਹੜਾ NRCS ਦੀ ਜਿਹੜੀ ਫੰਡਿੰਗ ਸੀ ਨਾ, ਜਿਹਦੇ ਚ ਆਪਾਂ ਆ ਜਾਂਦੇ ਆਗੇ ਸਮਾਲ ਫਾਰਮਰ, ਨਵੇਂ ਫਾਰਮਰ, ਸੋਸ਼ਲੀ ਡਿਸਐਡਵਾਂਟੇਜ ਫਾਰਮਰ, ਉਹਨਾਂ ਦੇ ਤਾਂ ਉਹ ਚੱਕ ਹੀ ਦਿੱਤਾ ਨਾ ਸਾਰਾ ਕੁਝ। ਉਹ ਕਹਿੰਦੇ ਵੀ ਜਾਂ ਤੁਸੀਂ ਫਾਰਮਰ ਹੋ ਜਾਂ ਤੁਸੀਂ ਨਹੀਂ ਹੋ, ਅਗਲੇ ਚਾਹ ਚੀਜ਼ਾਂ ਤਾਂ ਉਹਨਾਂ ਨੇ ਚੱਕਤੀਆਂ। ਤਕਰੀਬਨ 3 ਕੁ ਪ੍ਰੋਜੈਕਟ ਨਿਕਲੀ ਇਹਦੇ ਵਿੱਚ। ਤੁਸੀਂ ਯਕੀਨ ਨਹੀਂ ਕਰਨਾ ਵੀ ਮੇਰਾ ਆਪਦਾ ਪ੍ਰੋਜੈਕਟ ਵੀ ਇੱਕ ਸੀਗਾ ਜੀ, ਮੈਨੂੰ ਕਹਿੰਦੇ ਸੀ ਪੂਰੀ ਉਮੀਦ ਸੀ ਵੀ ਇਹ ਨਿਕਲੂਗਾ, ਰੈਂਕਿੰਗ ਸੋਹਣੀ ਸੀ, ਸਾਰਾ ਕੁਝ ਸੈੱਟ ਸੀਗਾ, ਮਤਲਬ ਇਸ ਤੋਂ ਉੱਤੇ ਆਪਾਂ ਕੁਝ ਨਹੀਂ ਜਾ ਸਕਦੇ ਵੀ ਜੋ ਉਹਨਾਂ ਦੀ ਚਾਹੀਦੀ, ਕਿਉਂਕਿ ਤੁਹਾਨੂੰ ਤਾਂ ਪਤਾ ਸੀ ਮਹਿਕਮੇ ਵੱਲੋਂ ਵੀ ਕੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ। ਹਾਂਜੀ, ਸੋ ਉਹ ਵੀ ਨਹੀਂ ਨਿਕਲਿਆ। ਸੋ ਬਟ ਓਵਰਆਲ ਬਹੁਤ ਮਾੜਾ ਰੈਕਡ ਰਿਹਾ NRCS ਦਾ ਡ੍ਰਿਪ ਸਿਸਟਮ ਵਾਲੇ ਪਾਸੇ। ਹੁਣ ਇਹਨਾਂ ਨੇ ਕਿਸੇ ਨੂੰ ਕੋਈ ਹੋਰ ਗ੍ਰਾਂਟ ਚ ਕੁਝ ਵੰਡਿਆ ਆ ਜਾਂ ਨਹੀਂ? ਕੁਝ ਪੈਸੇ ਮੂਵ ਹੋ ਗਏ ਜੀ, ਪਤਾ ਨਹੀਂ ਪੁੱਲ ਆਊਟ ਹੋ ਗਏ। ਹੁਣ ਪੂਰੀ ਕਹਾਣੀ ਮੈਨੂੰ ਵੀ ਨਹੀਂ ਪਤਾ, ਦੱਸਦੇ ਵੀ ਨਹੀਂ ਗਏ, ਆਇਆ ਨਹੀਂ ਕੁਝ ਵੀ ਇੱਧਰ। ਹੁਣ ਮੈਨੂੰ ਗਰੋਰਾਂ ਦੀ ਵੀ ਫਰਸਟ੍ਰੇਸ਼ਨ ਸਮਝ ਆਉਂਦੀ ਹੈ ਕਿਉਂਕਿ ਮੈਂ ਅੱਗੇ ਦੂਜੇ ਪਾਸੇ ਹੁੰਦਾ ਸੀ, ਇਹ ਹੁਣ ਮੈਂ ਪੁੱਛਣ ਵੀ ਗਿਆ, ਹੁਣ ਤੁਸੀਂ ਉਸ ਪਾਸੇ ਆ ਗਏ। ਹਾਂਜੀ, ਉਹ ਕਹਿੰਦੇ ਗੁੱਡ ਲੱਕ, ਟਰਾਈ ਨੈਕਸਟ ਟਾਈਮ ਹੈ ਨਾ। ਫਿਰ ਬਹੁਤ ਖਿੱਚ ਚੜ੍ਹਦੀ ਵੀ ਸਾਡਾ ਸਾਲ ਵੀ ਮਰ ਗਿਆ, ਮੇਰੇ ਬੂਟੇ ਵੀ ਨਹੀਂ ਲੱਗੇ ਨਾ। ਸੋ ਆਹ ਸਿਚੁਏਸ਼ਨ ਆ ਜੀ। ਤੇ ਮਤਲਬ ਪਰਫਾਰਮੈਂਸ ਡ੍ਰਿਪ ਵੱਲੋਂ ਬਹੁਤ ਮਾੜੀ ਰਹੀ। ਸਿਮਿਲਰਲੀ ਟਰੈਕਟਰਾਂ ਦੇ ਵਿੱਚੋਂ ਜਿਹੜੇ ਟਰੈਕਟਰਾਂ ਦੇ ਆਪਣੇ ਕਾਫੀ ਫੰਡ ਹੋਏ ਆਪਣੇ ਏਰੀਆ ਦੇ ਵਿੱਚੋਂ, ਪਰ ਉਹਨਾਂ ਨੇ ਜਿੱਦਾਂ ਪਿਛਲੇ 2-3 ਸਾਲਾਂ ਦੇ ਵਿੱਚ ਇਹਨਾਂ ਕੋਲ ਇੰਨਾ ਕੁ ਰਾਖਵਾਂ ਪੈਸਾ ਸੀਗਾ ਵੀ ਤਕਰੀਬਨ ਸਾਰੀ ਸਟੇਟ ਦੇ ਟਰੈਕਟਰ ਫੰਡ ਹੋ ਗਏ ਸੀਗੇ। ਅੱਛਾ, ਇਸ ਵਕਤ ਯੂਬਾ ਸਿਟੀ ਵਾਲੀ, ਸੈਕਰਾਮੈਂਟੋ ਵਾਲੀ ਬੈਲਟ 'ਚ ਉਹਨਾਂ ਨੂੰ ਕਿਸੇ ਦਾ ਕੋਈ ਵੀ ਟਰੈਕਟਰ ਫੰਡ ਨਹੀਂ ਹੋਇਆ ਜੀ। ਫਾਰਮ ਬਿੱਲ ਜਿਹੜਾ 1000 ਪੇਜਾਂ ਵਾਲਾ ਉਹ ਸਟਾਲ ਹੋ ਗਿਆ। ਹੁਣੇ ਤੋਂ ਕੁਝ ਘੰਟੇ ਪਹਿਲਾਂ ਦੀ ਖਬਰ ਜਿਹੜੀ ਉਹ ਆਈ ਆ 10-11 ਦੇ ਨਾਲ। ਜੀ ਇਹ ਕੱਲ ਦੀ ਖਬਰ ਪਤਾ ਨਹੀਂ, ਮੈਂ ਸੁਣ ਰਿਹਾ ਸੀ, ਤੁਸੀਂ ਕਨਫਰਮ ਕਰਤੀ ਵੀ ਸੈਨੇਟ ਵਾਲਾ ਜਿਹੜਾ ਨਵਾਂ ਫਾਰਮ ਬਿੱਲ ਆਉਣਾ ਸੀ ਇਹ ਸਟਾਲ ਹੋ ਗਿਆ। ਪੂਰੀ ਡਿਟੇਲ ਤਾਂ ਮੈਨੂੰ ਪਤਾ ਨਹੀਂ ਜੀ, ਪਰ ਇਹਦੇ ਚ ਇੱਕ ਚੀਜ਼ ਬਹੁਤ ਨਿਰਾਸ਼ਾਯੋਗ ਆ ਵੀ ਜਿਹੜੇ ਕਹਿੰਦੇ ਵੀ ਇਸ ਫਾਰਮ ਬਿੱਲ ਦੇ ਵਿੱਚ ਸਪੈਸ਼ਲਟੀ ਕ੍ਰੌਪਸ ਲਈ ਹੋਰ ਕਾਫੀ ਪੈਸਾ ਸੀਗਾ ਉਹਨਾਂ ਨੇ ਰੱਖਿਆ। ਸੋ ਆਪਣਾ ਉਥੋਂ ਵੀ ਫਾਰਮ ਬਿੱਲ ਦੇ ਵਿੱਚ ਆਪਾਂ ਆਪਣੇ ਜਿਹੜੇ ਸਰੋਤੇ ਤੇ ਦਰਸ਼ਕਾਂ ਨੂੰ ਦੱਸਦੇ ਜਾਈਏ, ਜਿਹੜਾ ਨਿਊਟ੍ਰੀਸ਼ਨ, ਸਨੈਪ, ਫੂਡ ਸਿਕਿਉਰਿਟੀ, EBT ਵਾਲੀਆਂ ਉਹ ਚੀਜ਼ਾਂ ਇਹਦੇ ਚ ਹੁੰਦੀਆਂ। ਹਾਂਜੀ, USDA ਦੇ ਅੰਡਰ। ਤੇ ਇਸ ਟਾਈਮ ਆਪਾਂ ਨੂੰ ਪਤਾ ਹੈ ਵੀ ਜਿਸ ਤਰੀਕੇ ਦੀ ਪੋਲੀਟੀਕਲ ਖਿੱਚੋਤਾਣ ਆਪਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ, ਉਹਦੇ ਚੱਲਦਿਆਂ ਇਹ ਬਾਕੀ ਜਿਹੜੀਆਂ ਚੀਜ਼ਾਂ ਆ ਉਹ ਫਿਰ ਪਿੱਛੇ ਰਹਿ ਗਈਆਂ। ਤੇ ਇਹ ਹਾਲ ਦੀ ਘੜੀ ਇੱਕ ਵਾਰੀ ਫੇਰ ਜਿਹੜਾ ਫਾਰਮ ਬਿੱਲ ਆ ਉਹ ਸਟਾਲ ਹੋਇਆ ਆ। ਸੋ ਬੜੀ ਨੈਰੋ ਵੋਟ, ਸਿਰਫ 10-11 ਦਾ ਜਿਹੜਾ ਉਹ ਇਹ ਫਰਕ ਸੀਗਾ, ਇੱਕ ਵੋਟ ਦਾ ਹੀ ਸਿਰਫ ਜਿਹੜਾ ਫਰਕ ਸੀਗਾ। ਇਹ ਐਗਰੀਕਲਚਰ ਕਮੇਟੀ ਚੋਂ ਹੀ ਜਿਹੜਾ ਅੱਗੇ ਨਹੀਂ ਤੁਰਿਆ ਅਜੇ। ਸੋ ਹੁਣ ਦੇਖੋ ਕੀ ਚੇਂਜਸ ਕਰਦੇ ਆ, ਜੇ ਹੁੰਦੇ ਆ ਜਾਂ ਨਹੀਂ ਹੁੰਦੇ ਆ। ਫਰਟੀਲਾਈਜ਼ਰ ਇੰਡਸਟਰੀ ਵੀ ਕਹਿੰਦੀ ਆ, ਬਾਕੀ ਹੋਰ ਤਰ੍ਹਾਂ ਦੇ ਜਿਹੜੇ ਫਾਰਮਰ ਆ ਵੱਖ-ਵੱਖ ਜੋ ਚੀਜ਼ਾਂ ਉਗਾ ਰਹੇ ਆ, ਉਹ ਤਾਂ ਕਹਿ ਰਹੇ ਵੀ ਭਾਈ ਇਹਨਾਂ ਨੂੰ ਜਲਦੀ ਪਾਸ ਕਰੋ, ਨਹੀਂ ਤਾਂ ਕੰਮ ਬੜਾ ਔਖਾ। ਕਿਉਂਕਿ ਆਹ ਸਾਲ ਤਾਂ ਤਕਰੀਬਨ ਜਿਹੜੇ ਫਾਰਮਰ ਦਾ, ਕਿਉਂਕਿ ਇਹਨਾਂ ਦਾ ਸਮਾਨ ਨਹੀਂ ਨਾ ਵਿਕ ਰਿਹਾ, ਮਿਡ ਵੈਸਟ ਵਾਲੇ ਵੀ, ਮਿਡਲ ਵਾਲੇ, ਨਾ ਸੋਇਆ ਕਿਸੇ ਪਾਸੇ ਗਿਆ,
ਨਾ ਕੌਰ ਦਾ ਜਿਹੜਾ ਕੁਝ ਬਣਿਆ, ਜਿਹੜਾ ਚਾਈਨਾ ਨੂੰ ਇੰਨਾ ਜਾਂਦਾ ਸੀਗਾ, ਉਹਨਾਂ ਨੂੰ ਵੀ ਹੁਣ ਫਿਰ ਬੇਲ ਆਊਟ ਕਰਨਾ ਪੈਣਾ। ਬਿਲਕੁਲ ਉਹ ਮਨੀ ਕਿੱਥੋਂ ਆਉਣੀ ਆ? ਉਹਦਾ ਰੌਲਾ ਰੱਪਾ ਹੁਣ ਪਈ ਜਾਣਾ ਹੈ ਨਾ ਸਾਰਾ ਕੁਝ ਇਹ ਚੀਜ਼ਾਂ ਨੂੰ ਲੈ ਕੇ, ਤੇ ਉਹੀ ਵੱਡਾ ਵੋਟਰ ਬੇਸ ਸੀ ਉਹਨਾਂ ਦਾ। ਬਿਲਕੁਲ ਜੀ ਰਾਜਕਨ ਜੀ। ਸੋ ਦੇਖੋ ਉਹਨਾਂ ਨੂੰ ਸੈਕਦੇ ਰੱਖਣ ਵਾਸਤੇ ਕੁਝ ਕੁ ਪੈਸਾ ਤਾਂ FSA ਨੇ ਸਿੱਟਿਆ ਗਿਆ ਐਤਕੀ ਲਿਆ ਕੇ ਸੀਗਾ। ਆਪਾਂ ਉਹਦੇ ਵੀ ਗੋ ਥਰੂ ਕਰ ਲੈਨੇ, ਪਰ ਜਿਹੜਾ ਫਾਰਮ ਬਿੱਲ ਵਾਲਾ ਇਹ ਬਹੁਤ ਹੀ ਨਿਰਾਸ਼ਾਯੋਗ ਹੈ, ਕਿਉਂਕਿ ਆਪਣਾ ਜਿਹੜਾ ਹੋਣ ਵਾਲੇ ਪ੍ਰੋਗਰਾਮ ਆ ਮੇਰੇ ਹਿਸਾਬ ਨਾਲ 2018 ਵਾਲੇ ਫਾਰਮ ਬਿੱਲ ਦੇ ਬੇਸ ਤੇ ਚੱਲ ਰਿਹਾ। ਉਹਨੂੰ ਜਦੋਂ ਐਕਸਪਾਇਰ ਹੋ ਗਿਆ ਸੀ ਉਹਨੂੰ ਦੁਬਾਰਾ ਐਕਸਟੈਂਡ ਕਰੀ ਜਾਂਦੇ ਸੀਗੇ। ਅੱਛਾ, ਠੀਕ ਆ। ਤੇ ਜੇ ਨਾ ਪਾਸ ਹੋਇਆ ਸ਼ਾਇਦ ਉਹਨੂੰ ਫਿਰ ਦੁਬਾਰਾ ਐਕਸਟੈਂਡ ਕਰਨ, ਤੇ ਪਰ ਨਵੇਂ ਫਾਰਮ ਬਿੱਲ ਦੇ ਵਿੱਚ ਨਵੇਂ ਪ੍ਰੋਗਰਾਮਸ, ਜਿਹੜੀ ਉਹਨਾਂ ਦੀ ਫੰਡਿੰਗ ਦੀ ਐਲੋਕੇਸ਼ਨ ਖਾਸ ਕਰਕੇ ਸਪੈਸ਼ਲਟੀ ਕ੍ਰੌਪ ਵੱਲ ਜ਼ਿਆਦਾ ਹੋਣੀ, ਸੋ ਆਪਣੀ ਉਹਦੀ ਵੈਲੀ ਦੇ ਗਰੋਰਾਂ ਨੂੰ ਹੈਲਪ ਬਹੁਤ ਹੋਣੀ ਸੀਗੀ। ਸੋ ਅੱਗੇ ਦੇਖਦੇ ਹਾਂ ਜੀ ਕੀ ਅਪਡੇਟ ਆਉਂਦੀ ਹੈ ਕਿ ਫਾਰਮ ਬਿੱਲ ਵਾਲੀ ਸੋ ਜਿਹੜੇ ਹੁਣ ਆਪਾਂ ਜਦੋਂ ਸਪੈਸ਼ਲਟੀ ਕ੍ਰੌਪ ਕਹਿੰਦੇ ਆ, ਐਲਮੰਡ, ਪਿਸਤਾ, ਸਿਟਰਸ, ਜਿਹੜੀ ਸੌਗੀ, ਇਹ ਸਾਰੀਆਂ ਉਹਦੇ ਵਿੱਚ ਸਪੈਸ਼ਲਟੀ ਕ੍ਰੌਪ ਚ ਹੋਣੀ, ਤੇ ਆਪਣੀ ਜਿਹੜੀ ਫਾਰਮਿੰਗ ਮੋਸਟਲੀ ਇਹਦੇ ਚ ਹੀ ਆ ਕਰਦੇ। ਤੇ FSA ਨੇ ਜਿਹੜੇ ਪ੍ਰੋਗਰਾਮ ਕੁਝ ਖੋਲੇ ਸੀ ਜੀ ਪੈਸੇ ਦੇਣ ਨੂੰ, ਹਨਾ, ਉਹਦੇ ਚ ਇੱਕ ਪ੍ਰੋਗਰਾਮ ਸੀਗਾ ASCF, ਉਹ ਲਗਭਗ ਬਦਾਮਾਂ ਨੂੰ $225 ਏਕੜ ਦੇ ਪੇ ਕਰ ਰਿਹਾ ਸੀ। ਕੁਝ ਕੁ ਕ੍ਰੌਪ ਇਹੋ ਜਿਹੇ ਸੀ ਜਿਹਦੇ ਵਿੱਚ ਹੋ ਗਿਆ ਲੈਮਨ ਹੋ ਗਏ ਜਾਂ ਆਪਣੇ ਅਨਾਰ ਹੋ ਗਏ, ਉਹਨਾਂ ਨੂੰ $650 ਪਰ ਏਕੜ ਦਾ ਉਹਨਾਂ ਦੀ ਰੀਇੰਬਰਸਮੈਂਟ ਸੀਗੀ। ਉਹ ਪ੍ਰੋਗਰਾਮ ਪਿਛਲੇ ਇੱਕ ਹਫ਼ਤੇ ਸ਼ਾਇਦ ਬੰਦ ਹੋ ਗਿਆ ਜੀ, ਉਹ ਵੀ ਖਤਮ। ਹਾਂਜੀ, ਪਰ ਉਹ ਜਿੰਨਾ ਵੀ ਉਹਨਾਂ ਨੇ ਮਨਿਆਦ ਦਿੱਤੀ ਸੀ ਟਾਈਮ ਦੇ ਹਿਸਾਬ ਨਾਲ ਐਗਜ਼ੀਕਿਊਟ ਕਰਕੇ ਉਹਨਾਂ ਨੇ ਬੰਦ ਕਰਤਾ। ਇੱਕ ਪ੍ਰੋਗਰਾਮ ਹੋਰ ਸੀਗਾ ਜੀ SDRP, ਹੈ ਨਾ, ਉਹਦੀ 13 ਤਰੀਕ ਦੀ ਡੈਡਲਾਈਨ ਸੀਗੀ ਉਹਦੇ ਚ ਟਰੈਕ 1 ਤੇ ਟਰੈਕ 2 ਦੇ ਵਿੱਚ, ਤੇ ਉਹ ਉਹਨਾਂ ਨੇ ਐਕਸਟੈਂਡ ਕਰਤੀ ਜੀ ਕੱਲ। ਇਹ ਕੀ ਆ ਜਿਹੜਾ ਇਹ ਵਾਲੀ ਤੁਸੀਂ ਗੱਲ ਕਰ ਰਹੇ, ਇਹਦੇ ਚ ਕੀ ਹੈਗਾ? ਇਹ SDRP ਹੈਗਾ ਜੀ, ਸਪਲੀਮੈਂਟਲ ਰਿਲੀਫ ਪ੍ਰੋਗਰਾਮ, ਹੈ ਨਾ। ਅੱਛਾ ਜੀ। ਤੇ ਇਹਦੇ 2 ਟਰੈਕ ਸੀਗੇ, ਟਰੈਕ 1 ਤੇ ਟਰੈਕ 2। ਇਹ ਟਰੈਕ 1 ਟਰੈਕ 2 ਦਾ ਕੀ ਮਤਲਬ ਹੁੰਦਾ, ਜੇ ਕਿਸੇ ਆਮ ਬੰਦੇ ਨੂੰ ਸਮਝਾਉਣਾ ਹੋਵੇ? ਉਹਨਾਂ ਨੇ ਦੇਖੋ 2 ਹਿੱਸਿਆਂ 'ਚ ਇਹ ਪ੍ਰੋਗਰਾਮ ਵੰਡਿਆ ਹੋਇਆ ਸੀ ਜੀ। ਟਰੈਕ 1 ਦੀ ਜਿਹੜੀਆਂ ਪੇਮੈਂਟ ਆ ਉਹ ਬੇਸਿਕਲੀ ਉਹਨਾਂ ਵਾਸਤੇ ਉਹ ਐਲੀਜੀਬਲ ਸੀ ਜਿਨ੍ਹਾਂ ਨੂੰ ਇੰਸ਼ੋਰੈਂਸ ਕਲੇਮ ਹੋਇਆ ਹੋਇਆ। ਓਕੇ, ਜੇ ਤੁਹਾਨੂੰ ਇੰਸ਼ੋਰੈਂਸ ਦੇ ਕਲੇਮ ਦੇ ਪੈਸੇ ਆਏ ਆ 23 ਜਾਂ 24 ਸੀਗਾ ਸ਼ਾਇਦ, ਤੇ ਸੋ ਉਹ ਟਰੈਕ 1 ਦੇ ਵਿੱਚ ਦੀ ਜਾਂਦੇ ਸੀ। ਜਿਨ੍ਹਾਂ ਦੇ ਉਦਾਂ ਲਾਸ ਹੋਏ ਆ ਜਿਹੜੇ ਕਿ ਕਵਰ ਨਹੀਂ ਹੋਈ ਸੀ ਇੰਸ਼ੋਰੈਂਸ ਦੇ ਥਰੂ, ਉਹ ਟਰੈਕ 2 ਦੇ ਵਿੱਚ ਦੀ ਜਾਂਦੇ ਸੀ। ਠੀਕ ਹੈ, ਇਹਨੂੰ ਕਹਿੰਦੇ ਸਪਲੀਮੈਂਟਲ ਡਿਜ਼ਾਸਟਰ ਰਿਲੀਫ ਪ੍ਰੋਗਰਾਮ, ਹੈ ਨਾ। ਜੇ ਕਿਸੇ ਨੇ ਟਰੈਕ 2 ਹਜੇ ਅਪਲਾਈ ਨਹੀਂ ਕੀਤਾ, ਆਈ ਥਿੰਕ ਉਹਨਾਂ ਨੇ ਮਹੀਨਾ ਕੁ ਐਕਸਟੈਂਡ ਕੀਤਾ, ਮੈਨੂੰ ਐਗਜ਼ੈਕਟ ਡੇਟ ਨਹੀਂ ਯਾਦ, ਪਰ ਉਹਦੇ ਚ ਆਪਣੇ ਕੋਲ ਹਜੇ ਲਗਭਗ ਇਹੀ ਇਕੱਲਾ ਪ੍ਰੋਗਰਾਮ ਆ ਜਿਹੜਾ FSA ਦਾ ਹਾਲ ਦੀ ਘੜੀ ਓਪਨ ਆ ਜੀ। ਓਕੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ, ਸਟੇਜ 1 ਸਟੇਜ 2 ਜਿਹੜੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਸੋ ਸਟੇਜ 2 30 ਸਤੰਬਰ ਤੱਕ ਕਰਤੀ ਹੈ ਜੀ। ਠੀਕ ਹੈ ਜੀ, 30 ਸਤੰਬਰ ਇਹਨਾਂ ਦੀ ਵੈਬਸਾਈਟ ਤੇ ਹੀ ਜਿਹੜਾ ਆਪਾਂ ਦੇਖ ਰਹੇ ਹਾਂ। ਇਨਫੈਕਟ ਸਟੇਜ 1 ਵੀ ਜਿਹੜੀ ਆ ਉਹ ਵੀ ਉਹਨਾਂ ਨੇ 30 ਸਤੰਬਰ ਤੱਕ ਜਿਹੜੀ ਆ ਉਹ ਐਕਸਟੈਂਡ ਕਰ ਦਿੱਤੀ ਗਈ ਹੈ। ਸੋ ਦੋਨਾਂ ਹੀ ਸਟੇਜਾਂ ਦੇ ਲਈ ਜਿਹੜਾ ਉਹਨਾਂ ਨੇ ਕਰ ਦਿੱਤਾ ਹੈਗਾ ਆ ਜੀ ਰਾਜਕਰ ਜੀ। ਸੋ ਇਹਦੇ ਵਿੱਚ ਆਪਣੇ ਬੰਦੇ ਦੇ ਪਿਛਲੇ ਸਾਲ ਦੀ ਜਿਹੜੀ ਘਾਟਾ ਹੋਇਆ ਉਹਨੂੰ ਕਵਰ ਕਰਨ ਦੇ ਲਈ ਆ ਜੀ। ਮੇਰੇ ਹਿਸਾਬ ਨਾਲ ਰਾਜਕਰਨ ਵੀਰ ਇਹ ਜਿਹੜਾ ਪ੍ਰੋਗਰਾਮ ਹੈ ਸਪੈਸੀਫਿਕ ਹੈਗਾ 23 ਤੇ 24 ਕ੍ਰੌਪ ਈਅਰ ਨੂੰ। ਓਕੇ, ਠੀਕ ਹੈ। ਤੇ ਪਰ ਇਹਨਾਂ ਦੀ ਜਿਹੜੀ ਕੈਲਕੂਲੇਸ਼ਨ ਆ ਕਾਫੀ ਕੰਪਲੈਕਸ ਹੋ ਜਾਂਦੀਆਂ ਕਈ ਵਾਰੀ। ਹੁਣ ਕਈ ਵਾਰੀ ਇਹ ਅਪਲਾਈ FSA ਜਾ ਕੇ ਕਰਨਾ ਹੈ ਜੀ, ਇਹ FSA ਜਾ ਕੇ ਅਪਲਾਈ ਹੋਊਗਾ, ਪਰ ਮੈਂ ਹਮੇਸ਼ਾ ਸਾਰਿਆਂ ਨੂੰ ਇਹ ਸਲਾਹ ਦਿੰਦਾ ਹੁੰਦਾ ਵੀ ਤੁਸੀਂ ਆਟੋਮੈਟਿਕਲੀ ਅਸੂਮ ਨਾ ਕਰੋ ਵੀ ਤੁਸੀਂ ਐਲੀਜੀਬਲ ਨਹੀਂਗੇ। ਅਪਲਾਈ ਕਰਨ ਚ ਕੋਈ ਹਰਜ ਨਹੀਂਗਾ। ਬਿਲਕੁਲ ਸਹੀ, ਨਾ ਹੀ ਕਰ ਦੇਣਗੇ। ਜੇ ਨਹੀਂ ਕੀਤਾ ਅਪਲਾਈ ਤਾਂ ਵੀ ਨਹੀਂ ਮਿਲਣਾ, ਤੇ ਜੇ ਅਪਲਾਈ ਕਰੂੰਗੇ ਐਟਲੀਸਟ ਪਤਾ ਤਾਂ ਲੱਗੂ ਵੀ ਕੀ ਆ, ਹਾਂ ਆ ਕਿ ਨਾ ਆ। ਸੋ ਇੱਕ ਇਹਨਾਂ 2 ਇਸ ਪ੍ਰੋਗਰਾਮ ਦੀ ਹੋਰ ਛੋਟੀ ਜਿਹੀ ਰਿਕੁਆਇਰਮੈਂਟ ਰਹੀ ਹੈ ਵੀ ਉਹ ਨਾ ਕ੍ਰੌਪ ਇੰਸ਼ੋਰੈਂਸ ਮੈਂਡੇਟਰੀ ਮੰਗਦੇ ਹੈਗੇ ਵੀ ਜੇ ਤੁਸੀਂ ਹੋਵੇ ਜਾਂ ਸ਼ਾਇਦ ਵੀ ਅਗਲੇ 2 ਸਾਲ 'ਚ ਤੁਸੀਂ ਆਪਦਾ ਕ੍ਰੌਪ ਇੰਸ਼ੋਰ ਰੱਖੋ। ਸੋ ਜਿਹੜੇ ਵੀ ਸਰੋਤੇ ਕ੍ਰੌਪ ਇੰਸ਼ੋਰੈਂਸ ਨਹੀਂ ਕਰਾਉਂਦੇ, ਘੱਟ ਪਰਸੈਂਟੇਜ ਵਾਲੀ ਕਰਾ ਲਓ, ਪਰ ਟਰਾਈ ਕਰੋ ਵੀ ਤੁਹਾਡਾ ਕ੍ਰੌਪ ਇੰਸ਼ੋਰ ਰਵੇ ਜੀ, ਤਾਂ ਜੋ ਇਹੋ ਜਿਹੇ ਪ੍ਰੋਗਰਾਮ ਲਈ ਐਲੀਜੀਬਲ ਰਹੋ ਤੁਸੀਂ। ਠੀਕ ਹੈ ਜੀ, ਠੀਕ ਹੈ। $16 ਮਿਲੀਅਨ ਦਇਆਦੀਪ ਸਿੰਘ ਜੀ ਇਹਨਾਂ ਨੇ ਵੰਡਣਾ SDRP ਦੇ ਵਿੱਚ। ਅਮਰੀਕਨ ਰਿਲੀਫ ਐਕਟ ਜਿਹੜਾ 2025 ਚ ਪਾਸ ਹੋਇਆ ਸੀ, ਉਹਦੇ ਤਹਿਤ $16 ਬਿਲੀਅਨ ਡਿਜ਼ਾਸਟਰ ਰਿਲੀਫ ਪੇਮੈਂਟ ਆ। ਤੇ ਆਪਣਾ ਜੇ ਓਵਰਆਲ ਦੇਖਿਆ ਜਾਵੇ ਐਗ ਇੰਡਸਟਰੀ ਨੂੰ ਲੈ ਕੇ ਬਾਕੀ ਮੁਲਕ ਦੀ ਉਹ ਤਾਂ ਬੜੀ ਛੋਟੀ ਜੀ ਹੈਗੀ ਆ, ਤੇ ਸਾਰੀਆਂ ਕਮੋਡਿਟੀਜ਼ ਵਾਲੀਆਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦੀਆਂ ਆ। ਸੋ ਅਪਲਾਈ ਕਰੋ, ਮਿਲ ਗਿਆ ਤਾਂ ਵਧੀਆ ਚੀਜ਼ ਹੋ ਜਾਊਗੀ। ਹਾਂਜੀ, ਤੇ ਜੀ ਰਾਜਕਰਨ ਜੀ ਦੇਖੋ ਮੋਸਟਲੀ ਇਹਦਾ ਪੈਸਾ ਤਾਂ ਸ਼ਾਇਦ ਜਿੱਦਾਂ ਜਾਊਗਾ ਮੋਸਟਲੀ ਮਿਡ ਵੈਸਟ ਵੱਲ ਨੂੰ ਹੀ, ਤੇ ਪਰ
ਜਿਹੜਾ ਮਿਡ ਵੈਸਟ ਆ ਉਹ ਏਕਰੇਜ ਦੇ ਹਿਸਾਬ ਨਾਲ ਉਹ ਜ਼ਿਆਦਾ ਆ ਕਿ ਪਰ ਡਾਲਰ ਵੈਲਿਊ ਤੇ ਆਪਣਾ ਸੈਂਟਰਲ ਵੈਲੀ ਖਾਸ ਕਰਕੇ ਫ੍ਰੈਜ਼ਨੋ ਕਾਉਂਟੀ ਤੇ ਟਲੇਰੀ ਕਾਉਂਟੀ ਮਡੇਰਾ ਆਪਾਂ 1 ਨੰਬਰ ਤੇ ਆ ਜੀ। ਠੀਕ ਹੈ, ਜਿੰਨੀ ਪ੍ਰੋਡਕਸ਼ਨ ਕਰ ਰਹੇ ਹੋ ਉਹਦੀ ਵੈਲਿਊ ਦੇ ਹਿਸਾਬ ਦੇ ਨਾਲ ਜੀ। ਸੋ ਇਹ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ ਜੀ। ਦੋ ਗ੍ਰਾਂਟ ਦੀ ਹੋਰ ਅਪਡੇਟ ਜ਼ਰੂਰ ਦੱਸੋ। ਸੋ ਇਹ ਤਾਂ ਸੀਗਾ ਜੀ ਬੀਤਿਆ ਵੇਲਾ ਤੇ ਕੀ ਕੁਛ ਚੱਲ ਰਿਹਾ, ਬਟ ਐਟ ਦ ਸੇਮ ਟਾਈਮ ਨਾ NRCS ਦਾ ਜਿਹੜਾ ਨੈਕਸਟ ਰਾਉਂਡ ਆ ਉਹ 1 ਅਕਤੂਬਰ ਨੂੰ ਫੇਰ ਖੁੱਲ ਜਾਣਾ ਜੀ। ਉਹ ਯੂਜਲੀ 1 ਅਕਤੂਬਰ ਤੋਂ ਲੈ ਕੇ ਮਤਲਬ 45 ਜਾਂ 60 ਦਿਨ ਐਪਲੀਕੇਸ਼ਨਾਂ ਲੈਂਦੇ ਹੁੰਦੇ ਹੈਗੇ। ਅੱਛਾ, ਜੇ ਤੁਹਾਡੀ ਐਪਲੀਕੇਸ਼ਨ ਆਲਰੇਡੀ ਉੱਥੇ ਸਾਰਾ ਕੁਝ ਹੋਇਆ ਹੋਇਆ, ਤੁਸੀਂ ਜਾ ਕੇ 1 ਅਕਤੂਬਰ ਤੋਂ ਬਾਅਦ ਕੁਝ 2 ਫਾਰਮ ਹੁੰਦੇ ਆ ਉਹ ਭਰ ਕੇ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਰੋਲ ਓਵਰ ਕਰਿਓ ਤਾਂ ਕਿ ਤੁਸੀਂ ਨੈਕਸਟ ਰਾਉਂਡ ਲਈ ਐਲੀਜੀਬਲ ਹੋ ਜਾਓ। ਜੇ ਤੁਸੀਂ ਨਹੀਂ ਲਾਈ ਐਪਲੀਕੇਸ਼ਨ ਤਾਂ ਟਰਾਈ ਕਰੋ, 1 ਅਕਤੂਬਰ ਤੋਂ ਬਾਅਦ ਉਹ ਅਵੇਲੇਬਿਲਟੀ ਹੋਊਗੀ। ਫੰਡਿੰਗ ਗਰੰਟਿੰਗ ਨਹੀਂ ਹੈਗੀ ਜੀ, ਪਰ ਫਿਰ ਵੀ ਟਰਾਈ ਕਰਨ 'ਚ ਕੋਈ ਹਰਜ ਨਹੀਂਗਾ। ਓਕੇ, ਠੀਕ ਹੈ। ਤੇ ਇਸ ਤੋਂ ਇਲਾਵਾ ਵੀ ਕੋਈ ਹੈ ਪ੍ਰੋਗਰਾਮ ਹੋਰ? ਜੀ ਰਾਜਕਾਨ ਜੀ, ਸੋ ਆਪਾਂ FSA ਦਾ ਤਾਂ ਜਿਹੜਾ SDRP 1 ਤੇ 2 ਹੋ ਗਿਆ, USDA NRCS ਦੇ ਸਾਰੇ ਪ੍ਰੋਗਰਾਮ ਆਪਣੇ ਖੁੱਲ ਜਾਣੇ ਜੀ 1 ਅਕਤੂਬਰ ਤੋਂ। ਸੋ ਉਹਦੇ ਲਈ ਤਿਆਰੀ ਕਿੱਦਾਂ ਕਰਨੀ ਹੈ? ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਹੋਣ? ਡਾਕੂਮੈਂਟੇਸ਼ਨ ਵੀ ਆਬਵੀਅਸਲੀ ਸਾਰੀਆਂ ਚੀਜ਼ਾਂ ਚਾਹੀਦੀ ਹੁੰਦੀ ਹੈ ਜੀ ਰਾਜਕਾਨ ਜੀ। ਆਪਾਂ ਸਰੋਤਿਆਂ ਨੂੰ ਹਮੇਸ਼ਾ ਹਰੇਕ ਵਾਰੀ ਦੱਸਦੇ ਹਾਂ ਵੀ ਸਾਰੇ ਤੋਂ ਪਹਿਲਾ ਸਟੈਪ ਆ ਤੁਸੀਂ ਆਪਣਾ, ਜੇ ਤੁਸੀਂ ਕੋਈ ਨਵਾਂ ਖੇਤ ਲਿਆ ਕੋਈ ਜਾਂ ਤੁਸੀਂ ਨਵੇਂ ਗਰੋਅਰ ਆ, ਕੋਈ ਲੈਂਡ ਦੇ ਵਿੱਚ ਓਨਰਸ਼ਿਪ ਦੇ ਵਿੱਚ ਕੋਈ ਤਬਦੀਲੀ ਹੋਈ ਆ, ਫਸਟ ਸਟੈਪ ਰਿਗਾਰਡਲੈਸ ਵੀ ਕੋਈ ਗ੍ਰਾਂਟ ਖੁੱਲੀ ਆ ਜਾਂ ਨਹੀਂ ਖੁੱਲੀ, ਤੁਸੀਂ ਫਾਰਮ ਸਰਵਿਸ ਏਜੰਸੀ ਦੇ ਨਾਲ ਆਪਣੇ ਸਾਰੇ ਰੈਕਡ ਅਪ ਟੂ ਡੇਟ ਰੱਖੋ, ਰਜਿਸਟਰ ਕਰਾਓ, ਅਪਡੇਟ ਰੱਖੋ। ਉਹਦੀ ਕੋਈ ਟਾਈਮ ਲਾਈਨ ਨਹੀਂ ਗੀ ਵੀ ਕਦੋਂ ਕਰਾਉਣਾ। ਹੁਣ ਉਹ ਤਾਂ ਇਸ ਹੈ ਵੀ ਮੈਂ ਤਾਂ ਸਾਰਿਆਂ ਨੂੰ ਸੁਜੈਸਟ ਕਰ ਦਿੰਦਾ ਵੀ ਭਾਈ ਜਦੋਂ ਤੁਸੀਂ ਨਵਾਂ ਕੋਈ ਖੇਤ ਬਾਈ ਕੀਤਾ, ਲੀਜ਼ ਕੀਤਾ, ਟਰਾਈ ਕਰੋ ਅਗਲੇ 5-10 ਦਿਨਾਂ ਦੇ ਵਿੱਚ ਉਹਨੂੰ ਤੁਸੀਂ ਆਪਣੀ ਰਜਿਸਟਰ ਕਰਾ ਲਓ। ਠੀਕ ਹੈ ਜੀ। ਤੇ ਜੀ ਠੀਕ ਹੈ ਜੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ। ਸੋ ਗ੍ਰਾਂਟਸ ਦੀਆਂ ਗੱਲਾਂ ਬਾਤਾਂ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਇੱਥੇ ਇੱਕ ਬ੍ਰੇਕ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਗੱਲਬਾਤ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ ਤੁਸੀਂ ਵੀ ਕਾਲ ਕਰਕੇ ਜਿਹੜਾ ਪੁੱਛ ਸਕਦੇ ਆ। ਸਟੂਡੀਓ ਦਾ ਨੰਬਰ ਹੈ 408-272-5200। ਚਾਹੇ ਜਿਹੜਾ ਉਹ ਗ੍ਰਾਂਟਸ ਨੂੰ ਲੈ ਕੇ ਆ ਤੇ ਚਾਹੇ ਤੁਸੀਂ ਆਮ ਕੋਈ ਗੱਲਬਾਤ ਜਿਹੜੀ ਕਿਸਾਨ ਗਰੋਵਰਸ ਆ ਜਿਹੜੀ ਕੋਈ ਖੇਤੀਬਾੜੀ ਨੂੰ ਲੈ ਕੇ ਆ ਉਸ ਬਾਰੇ ਜਿਹੜੀ ਉਹ ਚਰਚਾ ਕਰਨਾ ਚਾਹੁੰਦੇ ਆ ਤਾਂ ਉਹ ਜ਼ਰੂਰ ਤੁਸੀਂ ਆਪਣੇ ਕੁਐਸਚਨ ਆ ਉਹ ਕਰ ਸਕਦੇ ਆ। 4082725200 408-272-5200। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਗੱਲਬਾਤ ਨੂੰ ਜਾਰੀ ਰੱਖਾਂਗੇ। ਨਾਲ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜਦੋਂ ਕਿਸੇ ਖੇਤ ਨੂੰ ਮੁੱਢ ਤੋਂ ਡਿਵੈਲਪ ਕਰਨਾ ਹੋਵੇ, ਬਲੈਂਕ ਜਿਹੜਾ ਡਰਟ ਤੋਂ ਇੱਕ ਹਿਸਾਬ ਦੇ ਨਾਲ ਜਦੋਂ ਪੂਰਾ ਡਿਵੈਲਪ ਕਰਨਾ ਆ, ਉਸ ਪ੍ਰੋਸੈਸ ਦੇ ਵਿੱਚੋਂ ਦਇਆ ਦੀਪਕ ਸਿੰਘ ਜੀ ਇਸ ਟਾਈਮ ਲੰਘ ਰਹੇ ਆ, ਆਪਣੀ ਲੈਂਡ ਜਿਹੜੀ ਆ ਇਹ ਡਿਵੈਲਪ ਕਰ ਰਹੇ ਆ ਤੇ ਉਹਦੇ ਬਾਰੇ ਜਿਹੜੀ ਉਹ ਆਪਾਂ ਫਿਰ ਚਰਚਾ ਜਿਹੜੀ ਉਹ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408-272-5200 यानी 4082725200 ते दूजा नंबर 408-722-7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ ਅਪਡੇਟ ਕੈਲੀਫੋਰਨੀਆ ਖਬਰ ਤੇ ਨਜ਼ਰ ਅਪਡੇਟ ਇਮੀਗ੍ਰੇਸ਼ਨ ਸਾਂਝੀ 7 ਅਪਡੇਟ ਪਾਕਿਸਤਾਨ ਸਿੱਖ ਹਿਸਟਰੀ ਅਪਡੇਟ ਫਾਰਮਿੰਗ ਗੇਟਵੇ ਟੂ ਕਾਲਜ ਬ੍ਰੇਕਿੰਗ ਨਿਊਜ਼ ਕਵੀ ਦਰਬਾਰ ਅਪਡੇਟ ਕੈਨੇਡਾ ਪੰਥਕ ਪੈਰਾਡਾਈਮ ਦ ਸਿੱਖ ਐਕਸੀਲੈਂਸ ਸ਼ੋ ਪੰਜਾਬੀ ਟੈਕ ਟਾਕ ਇੰਟਰਵਿਊਜ਼ ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698 ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ ਅਪਡੇਟ ਕੈਲੀਫੋਰਨੀਆ ਖਬਰ ਤੇ ਨਜ਼ਰ ਅਪਡੇਟ ਇਮੀਗ੍ਰੇਸ਼ਨ ਸਾਂਝੀ 7 ਅਪਡੇਟ ਪਾਕਿਸਤਾਨ ਸਿੱਖ ਹਿਸਟਰੀ ਅਪਡੇਟ ਫਾਰਮਿੰਗ ਗੇਟਵੇ ਟੂ ਕਾਲਜ ਬ੍ਰੇਕਿੰਗ ਨਿਊਜ਼ ਕਵੀ ਦਰਬਾਰ ਅਪਡੇਟ ਕੈਨੇਡਾ ਪੰਥਕ ਪੈਰਾਡਾਈਮ ਦ ਸਿੱਖ ਐਕਸੀਲੈਂਸ ਸ਼ੋ ਪੰਜਾਬੀ ਟੈਕ ਟਾਕ ਇੰਟਰਵਿਊਜ਼ ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 4082725200 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ ਯਾਨੀ 4087227698 ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਇੱਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਦਇਆ ਦੀਪਕ ਸਿੰਘ ਜੀ। ਦਇਆ ਦੀਪਕ ਸਿੰਘ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਜੀ ਤੇ ਆਪਣੇ ਨਾਲ ਜਸਬੀਰ ਸਿੰਘ ਜੀ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਨਵੀਰ ਦੀਪ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਈ ਨੋ ਤੁਸੀਂ ਖਾਸੇ ਬਿਜ਼ੀ ਆ, ਹਾਰਵੈਸਟਿੰਗ ਚੱਲ ਰਹੀ ਆ, ਬਦਾਮ ਝਾੜ ਹੋ ਰਹੇ ਆ, ਪਰ ਤੁਸੀਂ ਵਿੱਚੋਂ ਸਮਾਂ ਕੱਢ ਰਹੇ ਆ, ਥੈਂਕ ਯੂ ਅਸੀਂ ਦੇ ਲਈ। ਸੋ ਉਸ ਦੇ ਬਾਰੇ ਹੀ ਅਪਡੇਟ ਕਰ ਦਿਓ ਜੀ, ਕੀ ਪੋਜੀਸ਼ਨ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਦੇਖੋ ਰਾਜਕਨਵੀਰ, ਕਰਾਪ ਤਾਂ ਜਾਣੀ ਦੀ ਜੋ ਪਹਿਲਾਂ ਤੋਂ ਪ੍ਰੋਜੈਕਟ ਕਰਦੇ ਆ ਨਾ, ਉਸੇ ਡਾਇਰੈਕਸ਼ਨ ਨੂੰ ਹੀ ਚੱਲ ਰਿਹਾ ਹੈਗਾ। ਤੇ ਬਾਹਲੇ ਲੋਕ ਇਸ ਵਕਤ ਜਿਹੜੀ ਪਿਛਲੇ ਵੀਕ ਦੀ ਹੀਟ ਸੀਗੀ ਉਹਨੇ ਕਾਫੀ ਕਰਾਪ ਤੇ ਇਫੈਕਟ ਪਾਈ ਆ, ਸ਼ਰਿੰਕ ਹੋ ਗਈ, ਜਿਹੜੇ ਕਿ ਸ਼ਰਿੰਕ ਬਹੁਤ ਹੋ ਗਏ ਆ। ਨਟਸ ਟਰੀਆਂ ਤੇ ਉੱਪਰ ਵੀ ਸ਼ਰਿੰਕ ਹੋਈ ਜਾਂਦੇ ਆ, ਹੇਠਾਂ ਦਾ ਅੱਗੇ ਤੋਂ ਹੁੰਦੇ ਹੀ ਆ, ਹਨਾ। ਤੇ ਜਿੱਥੇ ਵੀ ਜਿਹੜੇ ਖੇਤਾਂ ਨੂੰ ਪਾਣੀ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ, ਉੱਥੇ ਕਾਫੀ ਦਿਖ ਰਿਹਾ ਹੈਗਾ ਜਾਣੀ ਦੀ ਇਫੈਕਟ ਉਹਨਾਂ ਦਾ। ਇਸ ਕਰਕੇ ਰਿਪੋਰਟਾਂ ਵੀ ਜਿਹੜੀਆਂ ਸਾਰੀਆਂ ਆ ਰਹੀਆਂ ਗੀਆਂ ਹਲਰਾਂ ਤੋਂ, ਤੇ ਉਹਦੇ ਨਾਲ ਜਾਂਦੀ ਵੀ ਕਰਾਪ ਦਾ ਸਾਈਜ਼ ਬਹੁਤ ਘੱਟ ਜਾਊਗਾ। ਜਿਹੜੀ ਯੀਲਡ ਹੋਰ ਘੱਟ ਜੂ, ਮਤਲਬ ਓਵਰਆਲ ਨੰਬਰ ਘੱਟ ਜੂ ਥੱਲੇ ਨੂੰ। ਹਾਂ, ਓਵਰਆਲ ਨੰਬਰ 2.5 ਬਿਲੀਅਨ ਦੇ ਆਲੇ ਦੁਆਲੇ ਫਿਰਦੀ ਆ ਉਹ। ਠੀਕ ਹੈ। ਤੇ ਉਹਦੇ ਨਾਲ ਪ੍ਰਾਈਸ ਇਸ ਵਕਤ ਕੀ ਆ ਕਿ ਕਾਫੀ ਵੱਧ ਚੁੱਕੀ ਆ। ਸੋ ਇਹ ਪੂਲ ਪ੍ਰਾਈਸ ਆ ਜਾਂ ਸਪੌਟ ਪ੍ਰਾਈਸ ਆ? ਇਹ ਨਾ ਜਿਹੜੀ ਸਪਾਟ ਪ੍ਰਾਈਸ ਆ, ਜਦੋਂ ਆਪਾਂ ਤਾਂ ਹੀ ਤਾਂ ਇਨਕਰੇਜ ਕਰਦੇ ਸੀ ਸਾਰਿਆਂ ਨੂੰ ਵੀ ਪੂਲ ਦੇ ਵਿੱਚ ਨਾ ਪਵੋ। ਜਿਹੜੀਆਂ ਸਪਾਟ ਪ੍ਰਾਈਸਿਸ ਆ ਨਾ, ਉਹ ਕਰਕੇ ਦੇਖੋ। ਜੇ ਆਪਾਂ ਮਾਰਕੀਟ ਨੂੰ ਦੇਖਿਆ ਜਾਵੇ ਨਾ, ਜਿਹੜੀ ਤਾਂ ਕੋਰਪੋਰੇਟ ਬਾਈ ਕਰਦਾ, ਜਿਹੜਾ ਕੋਈ ਮੇਨ ਜਾਂਦੇ ਕੋਈ ਸੀਰੀਅਲਸ ਦੇ ਵਿੱਚ ਪਾਉਂਦਾ, ਕੋਈ ਮਿਲਕ ਬਣਾਉਂਦਾ ਗਾ, ਕੋਈ ਚਾਕਲੇਟ ਆਲਮੰਡ ਕਰਦਾ, ਉਹਨਾਂ ਦੀ ਡਿਮਾਂਡ ਤਾਂ ਥਰੂ ਆਊਟ ਈਅਰ ਕਾਫੀ ਕੰਸਿਸਟੈਂਟ ਰਹਿੰਦੀ ਆ। ਤੇ ਜਦੋਂ ਜਿਹੜੇ ਹੈਗੇ ਆ ਜਾਂਦੀ ਹਾਲੀਡੇਜ਼, ਜਿੱਦਾਂ ਹੁਣ ਆਪਣੇ ਦੀਵਾਲੀ ਆ ਗਈ, ਕ੍ਰਿਸਮਸ ਆਊ, ਨਵਾਂ ਸਾਲ ਆਇਆ, ਹੋਰ ਧਰਮਾਂ ਦੇ ਵੀ ਜਿਹੜੇ ਨਵੇਂ ਸਾਲ ਆਉਂਦੇ ਆ, ਉਦੋਂ ਫਿਰ ਇਹ ਨਾ ਬਦਾਮਾਂ ਦੀ, ਨਟਸ ਦੀ, ਸਾਰਿਆਂ ਦੀ ਕੋਈ ਜਾਣਦੀ ਡਿਮਾਂਡ ਵੱਧ ਜਾਂਦੀ ਹੈ। ਜਦੋਂ ਇਸ ਵਕਤ ਦੇਖ ਰਹੇ ਆ ਕਿ ਸਾਡੇ ਪ੍ਰਾਈਸਾਂ ਫਲੈਟ ਆ, ਤੇ ਬਾਕੀ ਦੇ ਜਾਣੀ ਦੀ ਵੀ ਉਹ ਸਪਲਾਈ ਘੱਟ ਆ, ਤੇ ਪ੍ਰਾਈਸ ਇਸ ਕਰਕੇ ਨਾ ਮੈਂ ਕੱਲ ਹੀ ਇੱਕ ਬੰਦੇ ਨਾਲ ਬਾਇਰ ਕਰਦੇ, ਉਹ ਕਹਿੰਦੇ ਇੰਡੀਆ ਦੇ ਵਿੱਚ 100 ਰੁਪਈਆ ਕਿਲੋ ਪਿੱਛੇ ਵੱਧ ਚੁੱਕੀ ਆ ਆਹ ਵੀਕ ਚ ਬਦਾਮ ਦੀ। ਅੱਛਾ, ਹਨਾ, 100 ਰੁਪਈਆ ਬਹੁਤ ਹੁੰਦਾ ਜੰਪ ਮਾਰਨਾ। ਕਿਉਂ? ਮਾਰਕੀਟ ਦੇ ਵਿੱਚ ਬਦਾਮ ਹੈ ਨਹੀਂ। ਦੀਵਾਲੀ ਐਰਕੀ ਨਵੰਬਰ ਚ ਆ ਰਹੀ ਆ, ਇੱਥੋਂ ਹੁਣ ਉਹ ਵੀ ਜਾਣਦੀ ਜਿਹੜੇ ਕਿ ਅੱਗੇ ਇੰਡੀਆ ਦੇ ਬਾਇਰ ਮਸਾਂ 20% ਦੇ ਕੇ 25% ਦੇ ਕੇ ਬਦਾਮ ਚੱਕਦੇ ਹੁੰਦੇ ਸੀ ਨਾ, ਵੀ ਬਾਕੀ ਅਸੀਂ ਲੈਂਡਿੰਗ ਤੇ ਪੇ ਕਰਾਂਗੇ। ਜਦੋਂ ਉੱਥੇ ਆ ਗਿਆ, ਇਸ ਵਕਤ ਬੜੇ ਆ ਜਿਹੜੇ ਕਿ ਉਹ ਕੈਸ਼ ਅਪ ਫਰੰਟ ਦੇਣ ਨੂੰ ਤਿਆਰ ਆ। ਸਾਰੇ ਹੀ ਬਾਹਲੇ ਨਹੀਂ ਜਾਂਦੇ, ਜਿਹੜੇ ਮੇਨ ਆ, ਜਿਹਨਾਂ ਨੂੰ ਪਤਾ ਵੀ ਇਹ ਗੇਮ ਕਿੱਧਰ ਨੂੰ ਜਾ ਰਹੀ ਆ। ਅੱਛਾ ਜੀ, ਹੁਣ ਮੰਨ ਲਓ ਵੀ ਕਿਸਾਨ ਨੇ ਸਿੱਧਾ ਉੱਥੇ ਆਪਣੇ ਵੇਚਣਾ ਹੋਵੇ, ਉਹ ਕੋਈ ਹੈ, ਕੋਈ ਚੈਨਲ ਹੈਗਾ ਏਦਾਂ ਦਾ ਵੀ ਕੋਈ ਬੰਦਾ ਡਾਇਰੈਕਟਲੀ ਸਿੱਧਾ ਉੱਥੇ ਵੇਚ ਸਕਦਾ, ਕਿ ਤੁਹਾਨੂੰ ਇਹਨਾਂ ਦੇ ਥਰੂ ਹੀ ਜਾਣਾ ਪੈਂਦਾ ਹੈ? ਦੇਖੋ, ਤੁਹਾਨੂੰ ਪ੍ਰੋਸੈਸਰਾਂ ਦੇ ਥਰੂ ਹੀ ਜਾਣਾ ਪੈਂਦਾ, ਪਰ ਬਥੇਰੇ ਪ੍ਰੋਸੈਸਰ ਆ ਜਿਹੜੇ ਤੁਹਾਡੇ ਨਾਲ ਕੰਮ ਤਿਆਰ ਆ। ਮੈਂ ਕੱਲ ਇੱਕ ਗੱਲ ਕਰਦਾ ਸੀ, ਉਹ ਤਕਰੀਬਨ ਜਾਣੀ ਦੀ 10 ਕਰੋੜ ਹਰ ਵੀਕ ਦੇ ਉੱਥੇ ਵੇਚਦੇ ਆ। ਅੱਛਾ ਜੀ, ਠੀਕ ਆ। ਜਾਣੀ 5 ਲੱਖ ਪਾਉਂਡ ਹਰ ਵੀਕ ਉਹ ਬਦਾਮ ਵੇਚ ਰਹੇ ਆ ਉੱਥੇ। ਨਵੇਂ ਸ਼ੁਰੂ ਹੋਏ ਆ, 2 ਸਾਲ ਹੋਇਆ ਸ਼ੁਰੂ ਹੋਇਆ ਨੂੰ, ਹਨਾ। ਤੇ ਉਹ ਪ੍ਰੋਸੈਸਰਾਂ ਨਾਲ ਗੱਲ ਕਰ ਲੈਂਦੇ ਆ ਵੀ ਜਾਣਦੀ ਦੇਖੋ ਤੁਸੀਂ ਜੀ ਸਾਨੂੰ ਪੈਕੇਜ ਕਰਕੇ ਦੇਣੇ ਆ, ਵੀ ਕਿੰਨੇ ਚ ਪੈਕੇਜ ਕਰੋਗੇ, ਹਨਾ। ਤੇ ਇਸ ਵਕਤ ਨਾ ਜਿਹਦੇ ਕੋਲੇ ਜੇ ਤੁਸੀਂ ਇਕੱਠੇ ਰਲ ਕੇ 10 ਤੋਂ 15 ਮਿਲੀਅਨ ਪਾਉਂਡ ਤੁਹਾਡੇ ਕੋਲੇ ਹੈਗੇ ਆ,
ਤੁਹਾਡੀ ਪ੍ਰਾਈਸ 3.5 ਤੋਂ ਉੱਪਰ ਜਾਊਗੀ। ਅੱਛਾ, ਠੀਕ ਆ। ਹੈ ਨਾ। ਹਾਂ, ਤੇ ਕਿਉਂ ਜਿਹੜੇ ਪ੍ਰੋਸੈਸਿੰਗ ਕਾਸਟ ਦਾ ਅੱਗੇ ਕਿਤੇ ਪਤਾ ਹੀ ਨਹੀਂ ਸੀ ਲੱਗਦਾ, ਕੋਈ ਕਿੰਨਾ ਚਾਰਜ ਕਰਦਾ ਸੀ, ਕੋਈ ਕਿੰਨਾ। ਐਕਚੁਅਲ ਕਾਸਟ ਜਿਹੜੇ ਤੁਸੀਂ ਪ੍ਰਾਈਵੇਟ ਕਸਟਮ ਕਰਾਉਣਾ ਉਹਦੇ 20 ਸੈਂਟ ਆ। ਠੀਕ ਹੈ। ਹੈ ਨਾ। ਤੇ ਹਾਂ, ਤੇ ਜੇ ਤੁਸੀਂ ਮਾਰਕੀਟ ਪ੍ਰਾਈਸ ਦੇਖੋ ਤੇ ਜਿਹੜੇ ਫੀਡਬੈਕ ਆ ਰਹੀ ਆ ਜਿਹੜੀ ਬਾਹਰੋਂ ਵੀ, ਕਿ ਵਿਚਾਲੇ ਵਿਚੋਲੇ ਬਹੁਤ ਜ਼ਿਆਦਾ ਅੱਗੇ। ਸਹੀ ਆ। ਉਹਨਾਂ ਜੇ ਤੁਸੀਂ ਉਹ ਵਿਚੋਲਪੁਣਾ ਕੱਢਦੇ ਹੋ 40-50 ਸੈਂਟ ਤਾਂ ਐਵੇਂ ਸੌਖੇ ਹੀ ਜਾਂਦੀ ਉਹ ਗੈਪ ਕਲੋਜ਼ ਹੋ ਜਾਂਦਾ। ਤੇ ਹਾਂ, ਨਹੀਂ ਅੱਡੋ ਅੱਡ ਹੁਣ ਕਾਫੀ ਮਾਰਕੀਟ ਦੇ ਵਿੱਚ ਜਾਂਦੀ ਹਿਲਚੁਲ ਵੀ ਹੋਈ ਵੀ ਆ, ਰੀਅਲਾਈਜੇਸ਼ਨ ਵੀ ਹੋਈ ਵੀ ਆ, ਕਰਕੇ ਜਿਹੜੀ ਸਿਚੁਏਸ਼ਨ ਆ ਨਾ, ਇੱਕ ਵਾਰੀ ਤੁਹਾਡੀ ਓਵਰ ਸਪਲਾਈ ਹੋ ਜੇ ਉਹਨੂੰ ਕਈ ਸਾਲ ਲੱਗ ਜਾਂਦੇ ਆ ਬੈਲੈਂਸ ਹੋਣ। ਸਹੀ ਗੱਲ। ਕਰਕੇ ਮੈਨੂੰ ਆਪ ਦਾ ਪਰਸਨਲ ਐਕਸਪੀਰੀਅੰਸ ਹੈ ਨਾ, ਜਦੋਂ ਅਸੀਂ ਹਾਰਡ ਐਕਸਰਸਾਈਜ਼ ਦੇ ਵਿੱਚ ਸੀ, ਸਾਡੀ ਕੰਪਨੀ ਦੇ ਵਿੱਚ ਉੱਥੇ ਥਾਈਲੈਂਡ 'ਚ ਫਲੱਡ ਆ ਗਏ ਤਾਂ ਸਾਰਾ ਸਪਲਾਈ ਬੇਸ ਉੱਥੇ ਸੀਗਾ। ਟੋਟਲੀ ਇੰਡਸਟਰੀ ਬੰਦ ਹੋਣ ਦੇ ਨਾਲ ਨਾ 1 ਸਾਲ ਦੀ ਜਿਹੜੀ ਪ੍ਰਾਈਸ ਜਾਣੀ ਦੀ ਅੱਗੇ ਮਸਾਂ ਹੀ 7-8%, 10% ਮਾਰਜਨ ਤੇ ਹੁੰਦੇ ਸੀਗੇ, ਉਹਨਾਂ ਨੇ ਉਹ ਅਗਲੇ 5-7 ਸਾਲਾਂ ਲਈ 40-50% ਮਾਰਜਨ ਤੇ ਉਹ ਸੇਮ ਪ੍ਰੋਡਕਟ ਹੋਏ। ਇਹ ਟਾਈਮ ਲੱਗਦਾ, ਮਾਰਕੀਟ ਇਉਂ ਨਹੀਂ ਵੀ ਜਾਂਦੀ 1 ਸਾਲ ਕ੍ਰਾਪ ਜ਼ਿਆਦਾ ਹੋ ਜੇ ਘੱਟ ਹੋ ਜੇ, ਇਹਨੂੰ ਫਿਲ ਕਰਨ ਨੂੰ ਡਿਮਾਂਡ ਕਾਂਸਟੈਂਟਲੀ ਵੱਧ ਰਹੀ ਆ। ਸੋ ਇਸ ਕਰਕੇ ਜਿੰਨੇ ਵੀ ਪ੍ਰੈਕਟਿਸਿਸ ਆ, ਪਰ ਦੂਸਰੇ ਪਾਸੇ ਕਾਸਟ ਵੀ ਬਹੁਤ ਰਿਹਾ ਹੈ ਕਿ ਜਿਹੜੀ ਹੀਟਸ ਦੇ ਨਾਲ ਜਿੰਨੀ ਇਕੁਇਪਮੈਂਟ ਫੇਲ ਹੋਈ ਹੈ ਨਾ, ਬਹੁਤ ਜ਼ਿਆਦਾ ਹੋ ਰਹੀ ਯਾ। ਹੁਣ 110 ਡਿਗਰੀ ਦੇ ਇਰਦ ਗਿਰਦ ਤਾਂ ਰਿਹਾ ਆ ਟੈਂਪਰੇਚਰ ਇੰਨਾ ਚਿਰ। ਹਾਂਜੀ, ਹੁਣ ਇੱਥੇ ਆਪਣੇ ਸਾਰੇ ਮਡੇਰੇ ਦੇ ਵਿੱਚ ਹੈਗੀ ਆ ਮਿਲ ਐਂਡ ਟਰੈਕਟਰਸ, ਉਹਨਾਂ ਦੇ ਜਾਵੋ ਪਾਰਟਸ ਡਿਪਾਰਟਮੈਂਟ 'ਚ ਲਾਈਨ ਲੱਗ ਕੇ ਪਾਰਟਸ ਮਿਲਦੇ ਆ। ਕਈ ਬੈਕ ਆਰਡਰ ਹੋਏ ਆ, ਜਿਹੜੇ ਰਿਪੇਅਰਾਂ ਦੇ ਲੱਗੇ ਹੋਏ ਆ, ਮਕੈਨਿਕਾਂ ਦੀ ਬਹੁਤ ਵੱਡੀ ਆਪਰਚੁਨਿਟੀ ਹੈ ਤੇ ਬਹੁਤ ਲੋੜ ਆ ਇਸ ਕਿੱਤੇ 'ਚ। ਹੁਣ ਜਿਹੜੇ ਆਪਣੇ ਟਰੱਕ ਭਰਾ ਹੁੰਦੇ ਸੀਗੇ ਜਿਨ੍ਹਾਂ ਦੇ ਮਕੈਨਿਕ ਆਪਦੇ ਸੀਗੇ, ਉਹਨਾਂ ਨੂੰ ਬਹੁਤ ਵਧੀਆ ਆਪਰਚੁਨਿਟੀ ਆ ਜਾਂਦੀ ਐਗ ਦੇ ਵਿੱਚ ਆ ਕੇ ਉਹ ਜਾਂਦੀ ਆਪਦੀਆਂ ਸਰਵਿਸਾਂ ਦੇਣ ਲਈ। ਸਹੀ ਹੈ। ਠੀਕ ਹੈ ਨਾ। ਸੋ ਇਨੀ ਵੇ ਜਾਂਦੀ ਜਿਹੜਾ ਪੈਸੇ ਦਾ ਕਰਾਪ ਉਹ ਵੀ ਘੱਟ ਆ, ਸੋ ਪ੍ਰਾਈਸਿਸ ਵਧਣਗੀਆਂ ਹੀ ਵਧਣਗੀਆਂ ਨਾ, ਇਟਸ ਗਿਵਨ। ਪਰ ਉਹਦੇ ਨਾਲ ਜਿਹੜਾ ਕਾਸਟ ਆ, ਕਾਸਟ ਬਹੁਤ ਵਧੂਗਾ ਇਸ ਵਾਸਤੇ। ਕਾਸਟ ਕਿੱਦਾਂ ਵਧੇਗਾ? ਤੁਹਾਡਾ ਫਰਟੀਲਾਈਜ਼ਰ ਕਾਸਟ ਬਹੁਤ ਜ਼ਿਆਦਾ ਹੋ ਜਾਣਾ, ਜਿਹੜਾ ਐਰਕੀ ਸਾਲ ਤੋਂ ਵੀ ਗਾਂਹ ਵਾਲੇ ਸਾਲਾਂ ਨੂੰ ਵਧੂਗਾ। ਹੈ ਨਾ। ਇਕੁਇਪਮੈਂਟ ਆ ਜਿਹੜੀਆਂ ਉਹ ਹੋਰ ਪ੍ਰਾਈਸ ਹੋ ਜਾਣਗੀਆਂ। ਹੈ ਨਾ। ਜਿੰਨੀਆਂ ਵੀ ਇੰਡਸਟਰੀਆਂ ਫੀਡ ਕਰਦੀਆਂ ਐਗ ਨੂੰ, ਜਦੋਂ ਇੱਕ ਵਾਰੀ ਪ੍ਰਾਈਸ ਹੋਈ, ਉਹਨਾਂ ਨੇ ਆ ਬੀਜ ਐਰਕੀ ਆਉਣਗੀਆਂ, ਬੀਜ ਵਾਲਿਆਂ ਨੇ ਕਹਿਣਾ ਵੀ ਹੁਣ ਤਾਂ ਸਾਨੂੰ ਵੀ ਪੈਸਾ ਦਿਓ ਜੇ ਵੱਧ ਆ ਕੇ। ਉਹ ਅਖੀਰ ਦੇ ਵਿੱਚ ਨਾ ਗੱਲ ਉੱਥੇ ਜਦੋਂ ਬੈਲੈਂਸ ਕਰਨੀ ਆ ਆਪਾਂ ਜਿਹੜੀ ਕਰਦੇ ਹੁੰਦੇ ਆ, ਉਹਦੇ ਲਈ ਤੁਹਾਨੂੰ ਵਾਲੀਅਮ ਚਾਹੀਦੀ ਆ, ਇਕੱਠੇ ਹੋ ਕੇ ਏਕਰੇਜ ਚਾਹੀਦੀ ਆ, ਤੇ ਜਿਹਦੇ ਨਾਲ ਤੁਸੀਂ ਬਹਿ ਕੇ ਨੈਗੋਸ਼ੀਏਟ ਕਰ ਸਕੋ। ਸਹੀ ਹੈ ਉਹ। ਹਾਂਜੀ ਜੀ ਬਿਲਕੁਲ। ਇੱਕ ਚੀਜ਼ ਜਿਹੜੀ ਹੋਰ ਦੱਸਿਓ ਵੀ, ਜਿੱਦਾਂ ਹੁਣ ਇਹ ਟਰੀ ਸਟ੍ਰੈਸ ਚਲੇ ਗਏ, ਮੰਨ ਲਓ ਜਿੱਦਾਂ ਪਹਿਲਾਂ ਵੀ ਦਇਆ ਦੀਪਕ ਸਿੰਘ ਨੇ ਵੀ ਇਹ ਗੱਲ ਕੀਤੀ ਸੀ ਵੀ ਕਈ ਵਾਰ ਆਪਾਂ ਇਸ ਵਾਰ ਜਿਹੜਾ ਉਹ ਦੇਖਿਆ ਵੀ ਝਾੜ ਤਾਂ ਲਏ ਪਰ ਸਵੀਪ ਕਰਨ ਨੂੰ ਟਾਈਮ ਲੱਗ ਰਿਹਾ ਆ, ਤੇ ਟਰੀ ਉਹਨਾਂ ਚਿਰ ਸਟ੍ਰੈਸ 'ਚ ਰਹੇ ਆ ਲਾਈਕ 100+ ਟੈਂਪਰੇਚਰ ਦੇ ਨਾਲ। ਉਹਦਾ ਅਗਲੀ ਵਾਰ ਦੇ ਉੱਤੇ ਕੀ ਅਸਰ ਜਿਹੜਾ ਪਊਗਾ? ਉਹਦੇ ਨਾਲ ਦੇਖੋ ਜਿਹੜੇ ਵੱਡ ਸੈੱਟ ਆ ਉਹ ਹੁਣ ਹੁੰਦੇ ਆ, ਅਗਲੇ ਸਾਲ ਨੂੰ ਜਿਹੜੇ ਵੱਡ ਬਣਨੇ ਆ ਹੈ ਨਾ, ਉਹਨਾਂ ਦੀ ਜਿਹੜੀ ਵੱਡ ਦੀ ਕੁਆਲਿਟੀ ਆ ਉਹ ਬਹੁਤ ਮਾੜੀ ਹੋ ਜਾਂਦੀ ਆ। ਹੈ ਨਾ। ਹੁਣ ਤੁਸੀਂ ਜਿਹੜੇ ਖੇਤ ਦੇਖੋ, ਕਈ ਤਾਂ ਬਹੁਤ ਹਰੇ ਆ, ਜਿਹੜੇ ਹਰੇ ਹਰੇ ਪਏ ਆ ਉਹਨਾਂ ਦਾ ਕੋਈ ਫਰਕ ਨਹੀਂ ਪੈਣਾ। ਹੁਣ ਕਈ ਟਰੀ ਤਾਂ ਨੰਗੇ ਹੋਏ ਪਏ ਆ, ਉਹਨਾਂ ਦੇ ਪੱਤੇ ਹੀ ਹੈ ਨਹੀਂ ਗੇ, ਕਈ ਯੈਲੋ ਪੱਤੇ ਹੋਏ ਗਏ ਆ, ਅੱਧ ਡਿੱਗ ਪਏ ਆ। ਉਹਨਾਂ ਦੀ ਜਿਹੜੀ ਯੀਲਡ ਅਗਲੇ ਸਾਲ ਨੂੰ ਉਸੇ ਹਿਸਾਬ ਨਾਲ ਹੀ ਹੋਊਗੀ। ਤੇ ਦੂਸਰਾ ਇਹ ਵੀ ਆ ਕਿ ਇਹ ਦੇਖਿਆ ਜਾਂਦਾ, ਜਿਹੜੇ ਅੱਗੇ ਸਟੱਡੀ 'ਚ ਇੰਨੀਆਂ ਚੀਜ਼ਾਂ ਨਹੀਂ ਆਈਆਂ, ਜੇ ਤੁਸੀਂ 1 ਸਾਲ ਸਟ੍ਰੈਸ ਕਰਦੇ ਹੋ ਤੁਹਾਨੂੰ 3-4 ਸਾਲ ਲੱਗਦੇ ਟਰੀ ਰਿਕਵਰ ਕਰਨ ਨੂੰ ਹੌਲੀ ਹੌਲੀ। ਹੈ ਨਾ। ਉਹ ਇੱਕ ਦਮ ਨਹੀਂ ਲੱਗਦੇ। ਤੇ ਫਿਰ ਜਿਹੜੇ ਵੀ ਟਰੀਆਂ ਦੇ ਕੋਈ ਇਸ਼ੂ, ਪਾਣੀ ਦਾ ਇਸ਼ੂ ਆ, ਕਿਸੇ ਦਾ ਕੋਈ ਰੂਟ ਦਾ ਇਸ਼ੂ ਆ, ਕੋਈ ਸੋਇਲ ਦਾ ਇਸ਼ੂ ਆ,
ਉਹ ਐਨ ਸਾਹਮਣੇ ਆ ਰਿਹਾ, ਹੁਣ ਬਹੁਤ ਛੇਤੀ ਆ ਰਿਹਾ। ਠੀਕ ਹੈ ਨਾ। ਤੇ ਬਾਹਲੇ ਲੋਕ ਜਿਹੜੇ ਗੱਲ ਵੀ ਇਹ ਕਰਦੇ ਆ ਵੀ ਇਸ ਵਕਤ ਤੁਹਾਨੂੰ ਬਹੁਤ ਵਧੀਆ ਓਪਰਚੁਨਿਟੀ ਆ, ਜੇ ਤੁਹਾਡੇ ਨਾਨ ਪ੍ਰੋਡਿਊਸਿੰਗ ਖੇਤ ਆ, ਜੇਬ ਦੇ ਵਿੱਚ 4 ਪੈਸੇ ਹੈਗੇ ਆ, ਉਹਨਾਂ ਨੂੰ ਪੱਟ ਕੇ ਨਵੇਂ ਲਾਉਣ ਦੇ ਕਰਕੇ 3-4 ਸਾਲਾਂ ਨੂੰ ਹਜੇ ਮਾਰਕੀਟ ਕਿਤੇ ਨਹੀਂ ਜਾ ਰਹੀ, ਏਦਾਂ ਹੀ ਰਹਿਣੀ। ਠੀਕ ਹੈ ਠੀਕ ਹੈ। ਇਸ ਵਾਰ ਉਹਦਾ ਮੀਂਹ ਜ਼ਿਆਦਾ ਪੈਣ ਦੀ ਦੱਸ ਰਹੇ ਆ, ਕਿਆਸ ਰਹੀਆਂ ਆ, ਜਿਹੜਾ ਅਲ ਨੀਨੀਓ ਦੇ ਕਰਕੇ ਉਹਦੇ ਲਈ ਵੀ ਸੋ ਉਹਦਾ ਕੀ ਅਸਰ ਹੋਊਗਾ, ਕਿਵੇਂ ਜਿਹੜਾ ਉਹਦੇ ਲਈ ਰੈਡੀ ਹੋਣਾ, ਜਾਂ ਕੀ ਉਹਦਾ ਅਸਰ ਆਪਾਂ ਦੇਖਣੇ? ਉਹਦੇ ਨਾ 2 ਚੀਜ਼ਾਂ, ਇੱਕ ਤਾਂ ਸਾਨੂੰ ਐਰਕੀ ਅਰਲੀ ਹਾਰਵੈਸਟ ਕਰਕੇ ਜਿਹੜਾ ਜਾਂਦੀ ਪੋਸਟ ਹਾਰਵੈਸਟਿੰਗ ਦਾ ਕੰਮ ਕਰਦੇ ਆ, ਉਹ ਟਾਈਮ ਮਿਲ ਜੂਗਾ ਥੋੜਾ ਜਿਹਾ। ਠੀਕ ਹੈ। ਹਫ਼ਤਾ 2 ਹਫ਼ਤੇ ਸੌਖੇ ਮਿਲ ਜਾਣੇ। ਹਾਂ, ਜੇ ਤਾਂ ਨੇ ਉਹ ਟਾਈਮ ਸੰਭਾਲ ਲਿਆ, ਫਰਟੀਲਾਈਜ਼ਰ ਪਾ ਦਿੱਤਾ, ਆਪਦੀਆਂ ਟ੍ਰੀਟਮੈਂਟਸ ਕਰਤੀਆਂ, ਆਪਦੀ ਹਰਬਸਾਈਡ ਸਪਰੇਆਂ ਜਿਹੜੀਆਂ ਮਾੜੀਆਂ ਮੋਟੀਆਂ ਜਾਂਦੀ, ਜਿੰਨਾ ਕੰਮ ਕਰਨਾ ਅਰਲੀ ਕਰ ਲਿਆ, ਚਿਹਰਾ ਮੀਂਹ ਸ਼ੁਰੂ ਹੋ ਜਾਂਦਾ, ਫਿਰ ਕੰਮ ਰੁਕ ਜਾਂਦੇ ਆ। ਹੈਨਾ। ਤੇ ਉਹਦਾ ਤੇ ਫਿਰ ਇਹ ਆ ਵੀ ਜਾਂਦੀ ਐਰਕੀ ਜੇ ਮੀਂਹ ਇੰਨਾ ਜ਼ਿਆਦਾ ਵੀ ਪਿਆ ਨਾ, ਕਈ ਚੀਜ਼ਾਂ ਲੀਚਿੰਗ ਵੀ ਹੋਣਗੀਆਂ, ਜਿੱਦਾਂ ਆਪਾਂ ਅੱਗੇ ਕਹਿੰਦੇ ਆ ਸਾਲਟ ਲੀਚ ਹੋ ਜਾਂਦਾ, ਹੋਰ ਹੋ ਜਾਂਦਾ, ਤੇ ਨਾਈਟ੍ਰੋਜਨ ਵੀ ਲੀਚ ਹੋ ਜਾਂਦੀ, ਉਹ ਵੀ ਥੱਲੇ ਚਲੇ ਜੂ, ਨਿਕਲ ਜੂ, ਉਹ ਵੀ ਥੱਲੇ ਜਾਂਦੀ ਆ। ਉਹ ਬੈਲੈਂਸਿੰਗ ਗੇਮ ਬਹੁਤ ਵਧੀਆ ਰਹੇ। ਪਰ ਅੱਜ ਐਰਕੀ ਸਭ ਤੋਂ ਬਦਾਮਾਂ 'ਚ ਤਾਂ ਇੱਕ ਚੀਜ਼ ਦੇਖੀ ਆ ਕਿ ਅੱਗੇ ਬਦਾਮ ਉੱਪਰ ਬਹੁਤ ਰਹਿੰਦੇ ਸੀ, ਐਰਕੀ ਕਿਸੇ ਦਾ ਹੀ ਖੇਤ ਹੋਣਾ ਜਿੱਥੇ ਉੱਪਰ ਆ, ਨਹੀਂ ਉੱਪਰ ਨਹੀਂ ਰਹਿ ਰਹੇ। ਅੱਛਾ, ਮਮੀ ਸ਼ੇਕ ਦੀ ਨਹੀਂ ਲੋੜ ਪੈਣੀ? ਹਾਂ, ਮਮੀ ਸ਼ੇਕ ਦੀ ਲੋੜ ਨਹੀਂ ਪੈਣੀ, ਜਿਹੜਾ ਕਿ ਸਾਡਾ ਬਹੁਤ ਕਾਸਟ ਉਹ ਤੇ ਲੱਗਦਾ ਗਾ, ਸਿਰਫ ਸ਼ੇਕਿੰਗ ਦਾ, ਮੁੜ ਕੇ ਉਹਨੂੰ ਕਰੈਕਿੰਗ ਕਰਨੀ, ਗਰਾਊਂਡ 'ਚ ਪਾਉਣੀ, ਗਰਾਊਂਡ ਪ੍ਰੈਪ ਕਰਨੀ, ਉਹਦਾ ਕਾਸਟ ਬਹੁਤ ਆ, ਬਹੁਤ ਜ਼ਿਆਦਾ ਹੁੰਦਾ। ਸਹੀ ਹੈ ਨਾ। ਸੋ ਐਰਕੀ ਮੈਨੂੰ ਲੱਗਦਾ ਇਹ ਵੀ ਆ ਕਿ ਸ਼ਾਇਦ ਬਦਾਮਾਂ ਵਾਲੇ ਫਾਰਮਰ ਦੇ ਸ਼ਾਇਦ ਵਕੇਸ਼ਨ ਵੀ ਚਲੇ ਜਾਣ, ਕਿ ਮੰਮੀ ਸ਼ੇਕ ਤਾਂ ਹੈ ਹੀ ਨਹੀਂ। ਠੀਕ। ਤੁਸੀਂ ਕਿੱਧਰ ਜਾਣਾ? ਆਪਾਂ ਪਲਾਨ ਬਣਾਉਨੇ ਆ, ਜਿੱਥੇ ਬਾਬੇ ਨੇ ਭੇਜਤਾ, ਜਿੱਥੇ ਬਾਬੇ ਨੇ ਭੇਜਤਾ। ਸਹੀ ਆ ਸਹੀ ਆ, ਇਕੱਠੇ ਹੀ ਚੱਲਾਂਗੇ ਫਿਰ ਇੱਕ ਪਾਸੇ। ਹਾਂ ਜੀ, ਚਲੋ ਵਧੀਆ। ਚਲੋ ਸਾਰਾ ਕੁਝ ਠੀਕ ਹੋਵੇ, ਬਾਕੀ ਮਹਾਰਾਜ ਦੇ ਹੱਥ। ਇਹ ਤਾਂ ਉਹ ਦੱਸੂਗਾ ਕਿਵੇਂ ਆ ਕਿਵੇਂ ਆ। ਇਹ ਤਾਂ ਚਲੋ ਸਾਰੇ ਜਾਣੇ ਵਧੀਆ ਵਧੀਆ ਰਵੇ। ਥੈਂਕ ਯੂ ਜਸਬੀਰ ਜੀ, ਮਿਹਰਬਾਨੀ ਅਪਡੇਟ ਦੇਣ ਦੇ ਲਈ। ਮਿਲਦੇ ਆ ਜੀ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਸੋ ਦਇਆਦੀਪ ਸਿੰਘ ਜੀ, ਜਿੱਦਾਂ ਕਹਿੰਦੇ ਆ ਵੀ ਥੋੜੇ ਜਿਹੇ ਵਿਹਲੇ ਹੋ ਜੂਗੇ ਹੈ ਇਸ ਵਾਰ, ਇਦਾਂ ਜਿੱਦਾਂ ਉਹ ਕਹਿ ਰਹੇ ਆ ਜੀ। ਰਾਜਕਰ ਜੀ, ਹੁਣ ਤਾਂ ਕਿਸੇ ਵੀ ਫਾਰਮਰ ਨਾਲ ਗੱਲ ਕਰਦੇ ਆ, ਆਪਣੀ ਉਹਦੀ ਆਵਾਜ਼ ਤੋਂ ਵੱਧ ਕੇ ਦੱਸ ਦਿੰਦੀ ਆ ਵੀ ਬਦਾਮ ਹੋਦਗੀ ਹੋ ਗਏ ਮਹਿੰਗੇ। ਆਵਾਜ਼ ਤੋਂ ਪਤਾ ਲੱਗਦਾ ਹੀ ਆ। ਹਾਂਜੀ, ਨਹੀਂ ਚਲੋ ਚੰਗੀ ਗੱਲ ਆ। ਬਹੁਤ ਚਿਰਾਂ ਬਾਅਦ ਇਹ ਪ੍ਰਾਈਸ ਵਾਲੇ ਪਾਸੇ ਨੂੰ ਜਿਹੜਾ ਉਹ ਵਧੇ ਆ, ਪਰ ਇਹ ਹੁਣ ਦੇਖਣਾ ਪੈਣਾ ਨਾ ਵੀ ਕੰਸਿਸਟੈਂਸੀ ਕਿੰਨੀ ਕੁ ਜਿਹੜੀ ਉਹ ਰਹਿੰਦੀ, ਵੀ ਅਗਲੇ ਸਾਲ ਕੀ ਵਾਕਿਆ ਹੀ ਇੱਥੇ ਕੁ ਰਹਿ ਜਾਂਦੇ ਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਵਿਚਾਲੇ ਜਿਹੜੇ ਹੁੰਦੇ ਵੀ ਕਈ ਵਾਰੀ ਉਹ ਫੇਰ ਝੋਲ ਕਰਕੇ ਫਾਰਮਰ ਦੇ ਪੱਲੇ ਕਿੰਨਾ ਕੁ ਰਹਿ ਜਾਂਦਾ ਤੇ ਕੀ ਹੁੰਦਾ ਆ, ਉਹ ਦੇਖਣ ਵਾਲੀ ਗੱਲ ਜਿਹੜੀ ਉਹ 100% ਜਿਹੜੀ ਉਹ ਰਹੇਗੀ। ਅੱਛਾ, ਆਪਣੇ ਕੋਲ ਸਮਾਂ ਤਾਂ ਅੱਜ ਆਪਾਂ ਸ਼ੁਰੂਆਤ ਕਰ ਲੈਂਦੇ ਇਸ ਟੌਪਿਕ ਦੀ, ਜਿਹੜੀ ਨਵੇਂ ਮੁੱਢ ਤੋਂ ਜਿਹੜਾ ਖੇਤ ਨੂੰ ਡਿਵੈਲਪ ਕਰਨ ਨੂੰ ਜਿਹੜਾ ਉਹ ਲੈ ਕੇ ਆ। ਪਹਿਲਾਂ ਤਾਂ ਤੁਹਾਡੇ ਉੱਥੇ ਬਦਾਮ ਜਿਹੜੇ ਉਹ ਲੱਗੇ ਸੀਗੇ, ਹੁਣ ਤੁਸੀਂ ਉਹਨਾਂ ਨੂੰ ਪੱਟ ਕੇ ਸਿਟਰਸ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਰਹੇ ਆ। ਪਹਿਲਾਂ ਤਾਂ ਇਹ ਦੱਸੋ ਵੀ ਇਹ ਫੈਸਲਾ ਜਿਹੜਾ ਉਹ ਲਿਆ ਕਿਉਂ, ਕੀ ਕਾਰਨ ਜਿਹੜੇ ਹੋ ਗਏ ਵੀ ਤੁਹਾਨੂੰ ਇਹ ਡਰਾਸਟਿਕ ਕਦਮ ਚੱਕਣਾ ਪਿਆ, ਕਿਉਂਕਿ ਐਡੇ ਅਜੇ ਮੈਚਿਓਰ ਵੀ ਨਹੀਂ ਸੀ ਹੋਏ ਵੀ ਪੱਟਣ ਜਿਹੜੀ ਉਹ ਕਰਨ ਦੀ ਲੋੜ ਸੀਗੀ, ਕੀ ਕਾਰਨ ਹੋ ਗਏ ਸੀਗੇ? ਜੀ ਰਾਜਕਰਨ ਜੀ, ਸੋ ਨਾ ਮੈਂ 2 ਖੇਤ ਡਿਵੈਲਪ ਕਰ ਰਿਹਾ। ਇੱਕ ਤਾਂ ਖਾਲੀ ਖੇਤ ਨੂੰ ਆਪਾਂ ਖਾਲੀ ਨਹੀਂ, ਪਹਿਲਾਂ ਉੱਥੇ ਸਬਜ਼ੀਆਂ ਸੀਗੀਆਂ, ਅੱਛਾ, ਉਹਨੂੰ ਕਨਵਰਟ ਕਰ ਰਿਹਾ। ਇੱਕ ਜਿਹੜਾ ਮੇਰਾ ਆਪਦਾ ਰਿਹਾਇਸ਼ ਵਾਲਾ ਘਰ ਆ, ਉੱਥੇ ਮੈਂ ਆਪਾਂ ਪ੍ਰੋਗਰਾਮ 'ਚ ਅਕਸਰ ਹੀ ਗੱਲ ਕਰ ਦਿੰਦੇ ਵੀ ਭਾਈ ਆਪਦਾ ਕੁਛ ਵੀ ਸਟੈਪ ਲੈਣ ਤੋਂ ਪਹਿਲਾਂ ਆਪਦਾ ਹੋਮਵਰਕ ਕਰ ਲਓ, ਪੁੱਛ ਪੜਤਾਲ ਕਰ ਲਓ। ਸੋ ਅੱਜ ਤੋਂ 7-8 ਸਾਲ ਪਹਿਲਾਂ ਮੇਰੇ ਤੋਂ ਉੱਥੇ ਬਹੁਤ ਵੱਡੀ ਗਲਤੀ ਹੋ ਗਈ ਸੀ ਜੀ। ਅੱਛਾ, ਕੀ? ਸੋ ਉੱਥੇ ਮੇਰੇ ਤੋਂ ਨਾ ਰੂਟ ਸਟਾਕ ਗਲਤ ਚੂਜ਼ ਹੋ ਗਿਆ ਸੀਗਾ ਜਦੋਂ ਤੁਸੀਂ ਲਾਏ ਆ? ਹਾਂਜੀ, ਇੱਕ ਤਾਂ ਲਾਇਆ ਸੀ ਰੂਟ ਸਟਾਕ ਵੀ ਗਲਤ ਚੂਜ਼ ਹੋ ਗਿਆ ਸੀ ਜੀ, ਤੇ ਪਲੱਸ ਇੱਕ ਨਾ ਉੱਥੇ ਆਪਣੇ ਇਸ ਏਰੀਏ ਦੇ ਵਿੱਚ ਬਹੁਤ ਰੇਅਰ ਹੁੰਦੀ ਆ ਉਹ, ਪਰ ਅਨਫੋਰਚੂਨੇਟਲੀ ਮੇਰੇ ਖੇਤ ਦੇ ਵਿੱਚ ਆ ਗਈ ਹੋਗੀ ਓਕ ਰੂਟ ਫੰਗਸ। ਅੱਛਾ, ਹਾਂਜੀ। ਉਹਦਾ ਕੋਈ ਇਲਾਜ ਨਹੀਂ? ਉਹਦਾ ਕੋਈ ਇਲਾਜ ਨਹੀਂ ਜੀ। ਇਹ ਪਤਾ ਵੀ ਲੇਟ ਲੱਗਾ? ਇਹ ਪਤਾ ਵੀ ਲੇਟ ਲੱਗਿਆ ਜੀ, ਪਲੱਸ ਜਿਹੜਾ ਰੂਟ ਸਟਾਕ ਅਸੀਂ ਲਾਇਆ ਸੀਗਾ, ਹੈਂਸਨ ਲਾਇਆ ਸੀਗਾ। ਓਕੇ। ਉਹ ਹੈਂਸਨ ਜਿਹੜਾ ਉਹ ਫਾਈਟੋਫਰਾ ਬਿਮਾਰੀ ਤੋਂ ਕਾਫੀ ਸੈਂਸਿਟਿਵ ਆ, ਉਹਨੂੰ ਇਸ਼ੂ ਆਉਂਦਾ ਹੈਗਾ। ਉਹ ਤਾਂ ਬਹੁਤ ਜ਼ਿਆਦਾ ਹੈ। ਮੇਰੇ ਤਾਂ ਆਪਣੇ ਘਰੇ ਕਈ ਜਿਹੜੇ ਰੁੱਖ ਆ ਉਹ ਇਸੇ ਦੇ ਭੇਟ ਚੜ ਗਏ।
ਬਿਲਕੁਲ ਜੀ। ਸੋ ਪਹਿਲਾਂ ਅਸੀਂ ਡਾਇਗਨੋਸ ਕੀਤਾ ਫਾਈਟੋਫਰਾ ਹਨਾ। 2 ਸਾਲ ਉਹਦੀ ਕਿਨੂੰ ਲੂਜ਼ਿੰਗ ਬੈਟਲ ਲਈ ਮੈਂ ਲੜਦਾ ਰਿਹਾ, ਦਵਾਈ ਪਾਈ ਗਈ ਇਹਨੇ ਵਾਹ, ਜਿਹੜੀ ਵੀ ਕੋਈ ਦੱਸਦਾ ਸੀਗਾ ਵੀ ਆ ਵੀ ਕਰ ਚੱਕ ਲਓ ਦੋ ਕੰਮ, ਬਸ ਵੀ ਬੂਟੇ ਵੱਜ ਜਾਣ ਹਨਾ। ਪਰ ਕਾਫੀ ਟੋਟਲ 20 ਏਕੜ ਸੀ, ਜ਼ਿਆਦਾ ਸੀ? ਟੋਟਲ 20 ਏਕੜ ਸੀ ਜੀ ਉੱਥੇ। ਠੀਕ ਆ। ਹਾਂਜੀ 20 ਏਕੜ ਸੀ, ਆਲਮੋਸਟ 5th ਲੀਫ ਹੀ ਸੀਗੇ। ਮਤਲਬ ਯੀਲਡ ਲੈਣੀ ਸ਼ੁਰੂ ਕਰਨੀ ਤਾਂ ਕੁਝ ਆਇਆ ਹੀ ਨਹੀਂ ਸੀ ਜੀ ਵਿੱਚੋਂ, ਪੱਤੇ ਹੀ ਦੇਖਦੇ ਸੀਗੇ। ਪੱਤੇ ਹੀ ਦੇਖਦੇ ਸੀਗੇ। ਪਰ ਦੇਖੋ ਹੈਂਸਨ ਦੀ ਇੰਨੀ ਕਿ ਕਿਉਂ ਲਿਆ ਹੈਂਸਨ, ਉਦੋਂ ਕਿਉਂ ਲੈ ਲਿਆ? ਕੀ ਉਦੋਂ ਤੁਸੀਂ ਉਹ ਟੈਸਟ ਨਹੀਂ ਕਰਾਇਆ, ਸੋਇਲ ਟੈਸਟ ਨਹੀਂ ਕੀਤਾ, ਜਾਂ ਕੀ ਨਹੀਂ ਕੀਤਾ? ਕਿਸੇ ਦੇ ਕਹਿਣ ਤੇ ਲਿਆ ਜਾਂ ਕੀ? ਮਤਲਬ ਕਸਰ ਕਿੱਥੇ ਰਹਿ ਗਈ? ਕਸਰ ਇੱਥੇ ਰਹਿ ਗਈ ਰਾਜ, ਕਿਉਂਕਿ ਇਹ ਹੁਣ ਐਕਸਪੀਰੀਅੰਸ ਚੋਂ ਸਿੱਖਣ ਵਾਲੀ ਗੱਲ ਆ ਜੀ। ਉਹ 2 ਕਸਰਾਂ ਮੇਰੇ ਕੋ ਤਾਂ ਥਾ ਚੇਤਨੀ ਵੀ ਇੱਥੇ ਫਾਈਟੋਫਰਾ ਬਿਮਾਰੀ ਹੋਊਗੀ। ਓਕੇ। ਸੋ ਮੋਸਟਲੀ ਮੈਂ ਸੁਣਾ ਕੇ ਇਹ ਫੈਸਲਾ ਲਿਆ ਸੀਗਾ ਵੀ ਰੂਟ ਸਟਾਕ ਬਹੁਤ ਚੰਗਾ। ਠੀਕ, ਹਾਲਾਂਕਿ ਹੈ ਵੀ ਬਹੁਤ ਚੰਗਾ ਜੀ। ਜੇ ਉੱਥੇ ਨਾ ਉਹ ਪ੍ਰੋਬਲਮ ਹੁੰਦੀ ਤਾਂ। ਇੰਨੀ ਕੁ ਅਗਰੈਸਿਵ ਗਰੋਥ ਸੀ ਨਾ ਪਹਿਲੇ 3 ਸਾਲ ਉਹਦੀ, ਉਹ ਮੇਰੇ ਗਵਾਂਢੀਆਂ ਦੇ 6 ਸਾਲਾਂ ਦੇ ਬੂਟਿਆਂ ਦੇ ਬਰਾਬਰ ਕਰ ਲਈ ਸੀ ਅਸੀਂ। ਅੱਛਾ। ਤੇ ਪਰ ਆ ਇਸ਼ੂਜ਼ ਦਾ ਮੈਨੂੰ ਉਦੋਂ ਕਦੇ ਚੇਤੇ ਵੀ ਨਹੀਂ ਸੀ। ਕਿਤੇ ਇਹਨੇ ਸਿੰਪਟਮ ਦਿਖਾਏ ਪਹਿਲਾਂ ਵਿਚਾਲੇ ਇੰਨੇ ਅੱਜ ਤੁਹਾਡੇ ਜਿੱਦਾਂ 5ਵਾਂ 6ਵਾਂ ਸਾਲ ਸੀਗਾ, ਵੀ ਉਹਦੇ ਵਿਚਾਲੇ ਕੋਈ ਸਿੰਪਟਮ ਇਹਦੇ ਵਿੱਚ ਤੁਹਾਨੂੰ ਲੱਗੇ ਵੀ ਹਾਂ ਆਹ ਬਿਮਾਰੀ ਚੱਲ ਰਹੀ ਹੋ ਸਕਦੀ ਹੈ? ਜੀ ਰਾਜਕਨ ਜੀ, ਸਿੰਪਟਮ ਨਾ ਦੂਜੇ ਤੀਜੇ ਸਾਲ ਹੀ ਆਉਣ ਲੱਗ ਗਏ ਸੀਗੇ। ਅੱਛਾ। ਇਹ ਜਿਹੜੇ ਫਾਈਟੋਫਰਾ ਸੀਗੀ, ਇਹ ਇੱਕ ਜਿੱਥੋਂ ਸ਼ੁਰੂ ਹੋਈ ਸੀ, ਇਹ ਸਾਈਡਾਂ ਨੂੰ ਵੱਧਦੀ ਗਈ, ਜਿੱਦਾਂ ਪਾਣੀ ਲਾਉਂਦੇ ਸੀਗੇ। ਪਾਣੀ ਜ਼ਿਆਦਾ ਜਿੱਥੇ ਜ਼ਿਆਦਾ ਹੁੰਦਾ ਉੱਥੇ ਜ਼ਿਆਦਾ ਐਕਟੀਵੇਟ ਹੋ ਜਾਂਦੀ ਹੈ। ਇਹ ਜਿੱਥੇ ਪਡਲਿੰਗ ਦਾ ਇਸ਼ੂ ਜਾਂ ਪਾਣੀ ਦਾ ਇਸ਼ੂ, ਉੱਥੇ ਤੇ ਬਹੁਤ ਛੇਤੀ ਫੈਲਦੀ ਆ। ਸੋ ਉਦੋਂ ਸਾਨੂੰ ਸਮਝ ਨਹੀਂ ਆਈ ਵੀ ਇਹ ਹੋ ਕੀ ਰਿਹਾ ਸੀ। ਕਮਲਿਆਂ ਨੂੰ ਬੂਟੇ ਦੁਆਰਾ ਪੱਟ ਲੈਂਦੇ ਸੀ, ਲਾ ਦਿੰਦੇ ਸੀ। ਅੱਛਾ, ਨਵਾਂ ਲਿਆ ਕੇ ਲਾ ਦਿੰਦੇ। 2 ਵਾਰੀ ਤਾਂ ਰੀਪਲਾਂਟ ਕਰ ਲਏ ਸੀ ਜੀ ਮੈਂ, ਆਲਮੋਸਟ ਅੱਧਾ ਖੇਤ ਹੈ ਨਾ। ਅੱਛਾ। ਤੇ ਉਦੋਂ ਪਤਾ ਵੀ ਘੱਟ ਸੀਗਾ ਨਾ, ਥੋੜੇ ਜਿਹਾ ਨੌਲੇਜ ਬੇਸ ਹੈ ਨਹੀਂ ਸੀਗਾ ਮੇਰਾ ਖੁਦ ਦਾ ਵੀ। ਇੰਜੀਨੀਅਰਿੰਗ ਦਾ ਸੀਗਾ, ਸਿਵਲ ਦਾ ਸੀਗਾ, ਜਾਂ ਇਰੀਗੇਸ਼ਨ ਦਾ ਸੀ। ਪਰ ਜਿਹੜਾ ਪਲਾਂਟਸ ਵਾਲੀ ਸਾਈਜ਼, ਉਹ ਮੇਰੀ ਸਪੈਸ਼ਲਿਟੀ ਨਹੀਂ ਗਈ। ਸੋ ਮੈਂ ਉਹ ਆਈ ਨੋ ਤੁਸੀਂ ਦੱਸਦੇ ਸੀਗੇ ਵੀ UCANR ਵਾਲੇ ਵੀ ਉੱਥੇ ਕਈ ਉਹਨਾਂ ਦੇ ਸਾਇੰਟਿਸਟ ਵੀ ਆਏ, ਉਹਨਾਂ ਨੂੰ ਵੀ ਚਿਰ ਬਾਅਦ ਹੀ ਪਤਾ ਲੱਗਾ। ਹਾਂਜੀ। ਨਹੀਂ, ਮੈਂ ਦੇਖੋ ਕੋਈ ਬੰਦਾ ਨਹੀਂ ਮੈਂ ਛੱਡਿਆ, ਕੋਈ ਮਹਿਕਮਾ ਨਹੀਂ ਛੱਡਿਆ ਵੀ ਜਿਹਦੇ ਮੈਂ ਪੁੱਛ ਪੜਤਾਲ ਨਾ ਕੀਤੀ ਹੋਵੇ। ਸੋ ਐਂਡ ਤੇ ਆ ਕੇ ਜਿਹੜਾ ਮੇਰਾ ਨਿਚੋੜ ਕੱਢਿਆ ਜੀ, UC ਵਾਲੀ ਬੀਬੀ ਹੈ ਇੱਕ ਮੇ ਕੋਲੰਬਰ ਹੈ ਨਾ, ਆਪਣੇ ਪ੍ਰੋਗਰਾਮ ਵੀ ਕਦੀ ਕਰਕੇ ਗਏ। ਉਹਨੇ ਇੱਕ ਗੇੜਾ ਜਿਹਾ ਦਿੱਤਾ ਤੇ ਉਹ ਕਹਿੰਦੀ ਵੀ ਦੀਪ ਸਿੰਘ ਨਾ ਪੰਗੇ ਲੈ ਨਾ, ਵੀ ਲੂਜ਼ਿੰਗ ਬੈਟਲ ਹੈ ਨਾ। ਵੀ ਪੈਸੇ ਹੁਣ ਡੰਪ ਹੀ ਕਰਨ ਵਾਲੀ ਗੱਲ ਹੋਣੀ ਆ। ਕਹਿੰਦੇ ਕਿੰਨੇ ਪੈਸੇ ਕਵਾਏ? ਮੈਂ ਕਿਹਾ ਮੈਨੂੰ ਉਹ ਚ ਬਚਿਆ ਕੱਖ ਨਹੀਂ, ਮੈਂ ਤਾਂ ਨਾ ਅੰਨੇਵਾਹ ਪੈਸੇ ਵਿੱਚ ਸਿੱਟ ਰਿਹਾਗਾ ਵੀ ਹੋ ਜਾਣ। ਪਰ ਕਹਿੰਦੀ ਵੀ ਇਹ ਹੋਣੇ ਨਹੀਂ ਗੇ, ਬਚਣਾ ਨਹੀਂ। ਕਹਿੰਦੀ ਵੀ ਬੈਸਟ ਆ ਵੀ ਤੂੰ ਇਹਨੂੰ ਰੀਪਲਾਂਟ ਕਰ ਲੈ। ਕਿਹੜਾ ਫਿਰ, ਜੇ ਮੰਨ ਲਓ ਕਿਸੇ ਦੀ ਸੋਇਲ ਦੇ ਵਿੱਚ ਜਿਹੜੇ ਫੰਗਸ ਦੀ ਤੁਸੀਂ ਗੱਲ ਕਰਦੇ ਆ, ਰੂਟ ਫੰਗਸ ਦੀ ਗੱਲ ਕਰਦੇ, ਉਹਦੇ ਲਈ ਫਿਰ ਬੈਟਰ ਰੂਟ ਸਟਾਕ ਕਿਹੜਾ ਆ? ਜੀ ਵੀਰੇ, ਇੱਕ ਤਾਂ ਜਿੱਦਾਂ ਇੱਕ ਰੂਟ ਸਟਾਕ ਸੀਗਾ ਜਿਹੜਾ ਅਸੀਂ ਸ਼ਾਰਟ ਲਿਸਟ ਕੀਤਾ ਸੀ ਉਦੋਂ ਬਾਅਦ ਚੋਂ ਮੇਨ ਨਾਲ। ਉਹਨੂੰ ਕਹਿੰਦੇ ਸੀ ਜੇ ਤੂੰ ਆਲਮੰਡ ਹੀ ਰੀਪਲਾਂਟ ਕਰਨੇ ਆ ਤਾਂ ਉਹ ਸੀਗਾ ਕ੍ਰਿਮਸ 86 ਸ਼ਾਇਦ। ਅੱਛਾ। ਪਰ ਉਹ ਸਾਡੀ ਮਿੱਟੀ ਦੇ ਨਾਲ ਨਹੀਂ ਮੈਚ ਕਰਦਾ ਸੀ। ਜੇ ਆਪਾਂ ਇਹਦੇ ਤੁਹਾਡੀ ਮਿੱਟੀ ਸੈਂਡੀ ਹੈ ਜੀ। ਠੀਕ ਆ। ਸੋ ਦੇਖੋ ਇਹ ਚ ਕੋਈ ਵੀ ਰੂਟ ਸਟਾਕ ਪਰਫੈਕਟ ਨਹੀਂਗਾ, ਪਰ ਮੇਰੀ ਜਿਹੜੀ ਸਿਚੁਏਸ਼ਨ ਬਹੁਤ ਹੀ ਕੰਪਲੈਕਸ ਹੋ ਗਈ ਸੀਗੀ। ਕੰਪਲੈਕਸ ਇਦਾਂ ਵੀ ਜਿਹੜਾ ਰੂਟ ਸਟਾਕ ਫਾਈਟੋਫਰਾ ਟੋਲਰੈਂਟ ਸੀ ਉਹ ਦੂਜਾ ਨਹੀਂ ਸੀ, ਜਿਹੜਾ ਇੱਕ ਸੀਗਾ ਉਹ ਸੈਂਡੀ ਸੋਇਲ ਕੰਪੈਟੀਬਲ ਨਹੀਂ ਸੀਗਾ। ਸੋ ਸਭ ਕਰਦੇ ਕਰਾਉਂਦਿਆਂ ਕਰਕੇ ਮੈਂ ਫਿਰ ਦੁਬਾਰਾ ਰੀਪਲਾਂਟਿੰਗ ਦਾ ਮਨ ਬਣਾ ਲਿਆ ਸੀਗਾ ਆਲਮੰਡੀ। ਅੱਛਾ। ਫਿਰ ਮੈਂ ਸਿਲੈਕਟ ਕਰ ਲਈ ਸੀ ਜੀ ਜ਼ੋਰੀਜ਼ਾਨੀ ਬਦਾਮ ਵਾਈਕਿੰਗ ਰੂਟ ਸਟਾਕ ਤੇ ਨਾ। ਓਕੇ। ਹਾਲਾਂਕਿ ਉਹ ਪੂਰਾ ਟੋਲਰੈਂਟ ਨਹੀਂ ਸੀਗਾ, ਪਰ ਫਿਰ ਵੀ ਮਨ ਸੋਚਿਆ ਵੀ ਹੈਂਸਨ ਤੋਂ ਬੈਟਰ ਹੋਊਗਾ। ਫਿਰ ਇੱਕ ਵਾਰ ਗੱਲਬਾਤ ਕੀਤੀ ਆਪਣੇ ਪ੍ਰੋਗਰਾਮ ਤੇ ਵੀ ਆਉਂਦੇ ਹੁੰਦੇ ਡਾਕਟਰ ਸਿੰਦਰੀਸ਼ ਸ਼ਰਮਾ ਹਨਾ, ਵੀ ਉਹ ਕਾਫੀ ਮਾਹਰ ਹੈ ਇਸ ਚੀਜ਼ 'ਚ। ਮੈਂ ਕਹਿੰਦੇ ਕੀ ਕਰਦਾ ਦੀਪ ਨਾ, ਮੈਂ ਕਿਹਾ ਵੀ ਮੈਂ ਇੱਦਾਂ ਵੀ ਰੀਪਲਾਂਟਿੰਗ ਦੀ ਤਿਆਰੀ ਕਰ ਰਿਹਾ। ਕਹਿੰਦੇ ਵੀ ਮੈਂ ਇੱਕ ਸਲਾਹ ਦਿੰਦਾ ਤੈਨੂੰ ਹਨਾ, ਕਹਿੰਦੇ ਵੀ ਮੰਨਣੀ ਤੇਰੀ ਮਰਜ਼ੀ ਆ, ਵੀ ਕਹਿੰਦੇ ਤੂੰ ਦੱਸ ਦਿੰਦਾ ਮੈਂ ਤੈਨੂੰ। ਮੈਂ ਕਿਹਾ ਠੀਕ ਹੈ ਡਾਕਟਰ ਸਾਹਿਬ ਦੱਸੋ ਨਾ, ਵੀ ਕਹਿੰਦੇ ਵੀ ਚਲੋ ਮੈਂ ਪ੍ਰੋਫੈਸ਼ਨਲੀ ਤਾਂ ਨਹੀਂ ਕੰਸਲਟ ਕਰ ਸਕਦਾ, ਪਰ ਐਜ਼ ਤੂੰ ਆਪਣੀ ਲਿਹਾਜ਼ ਆ ਵੀ ਤੂੰ ਬਦਾਮ ਨਾਲ ਲਾ ਕੇ ਦੇਣਾ। ਅੱਛਾ, ਰਹਿਣ ਦੇ, ਛੱਡ ਕੇ। ਕਹਿੰਦੇ ਮੈਂ ਕਿਹਾ ਕਿੱਦਾਂ ਡਾਕਟਰ ਸਾਹਿਬ ਹੈ ਨਾ, ਕਹਿੰਦੇ ਵੀ ਫਿਰ ਵੀ ਇਹ ਤੇਰਾ ਮਸਲਾ ਸੁਲਝਣਾ ਨਹੀਂਗਾ। ਅੱਛਾ। ਫਿਰ ਖੜੇ ਪੈਰੀ ਮੇਰਾ ਮਨ ਬਦਲ ਕੇ ਫਿਰ ਅਸੀਂ ਸਿਟਰਸ ਵੱਲ ਨੂੰ ਚੇਂਜ। ਜਿਹੜਾ ਸਿਟਰਸ ਦਾ ਰੂਟ ਸਟਾਕ ਆ ਇਹਨੂੰ ਕਾਫੀ ਟੋਲਰੈਂਟ ਆ। ਜਿੰਨਾ ਕਿ ਮੈਨੂੰ ਨਰਸਰੀ ਵਾਲੇ ਨੇ ਦੱਸਿਆ ਵੀ ਉਹ ਕੰਪੈਟੀਬਲ ਹੈਗਾ ਜੀ। ਕੰਪੈਟੀਬਲ ਹੈ, ਉਹ ਇਸ਼ੂ ਘੱਟ ਆਉਣਗੇ ਜ਼ਰੂਰ, ਪਰ ਘੱਟ ਆਉਣਗੇ। ਪਰ ਜੇ ਪਡਲਿੰਗ ਇਹ ਉਹ ਹੋਈ ਉੱਥੇ ਫਿਰ ਆ ਸਕਦੇ, ਕਿਉਂਕਿ ਆਲਰੇਡੀ ਤੁਹਾਡੀ ਸੋਇਲ ਦੇ ਵਿੱਚ ਹੈਗੇ ਆ। ਜੀ ਰਾਜਕਨ ਜੀ, ਫਾਈਟੋਫਰਾ ਦੀ ਤਾਂ ਪਡਲਿੰਗ ਤੇ ਇਸ਼ੂ ਆਉਣਾ ਹੀ ਸੀਗਾ। ਸੋ ਅਸੀਂ ਪਲਾਂਟਿੰਗ ਵੇਲੇ ਹੀ ਉਹਦੇ ਹੱਲ ਲੱਭਣੇ ਸ਼ੁਰੂ ਕਰਤੇ ਸੀ ਪਹਿਲਾਂ ਹੀ ਨਾ। ਠੀਕ ਆ। ਓਕ ਰੂਟ ਦਾ ਸ਼ਾਇਦ ਉਹਦਾ ਟ੍ਰੀਟਮੈਂਟ ਤਾਂ ਹੈ ਨਹੀਂ ਸੀਗਾ, ਪਰ ਉਹ ਕਹਿੰਦੇ ਵੀ ਇੰਨਾ ਸਿਟਰਸ ਇਫੈਕਟ ਨਹੀਂ ਕਰਦਾ। ਓਕੇ। ਸੋ ਇਹ ਸਭ ਮੱਦੇ ਨਜ਼ਰ ਰੱਖ ਕੇ ਮੈਂ ਜੀ ਪਿਛਲੇ
ਆਲਮੰਡ ਦੀ ਹਾਰਵੈਸਟ ਕਰਕੇ ਤੇ ਉਹਨੂੰ ਰੀਡਿਵੈਲਪ ਕਰਨਾ ਸ਼ੁਰੂ ਕਰਤਾ ਸੀਗਾ। ਅਲੋਂਗ ਵਿਦ ਮੈਂ ਇੱਕ 50 ਕਿੰਨਾ ਚਿਰ ਖਾਲੀ ਵੀ ਰੱਖਣਾ ਪੈਂਦਾ ਵੀ ਇਹ ਜਿਹੜਾ ਫੰਗਸ ਹੈ ਸੌਂ ਜਾਵੇ ਜਾਂ ਕੁਛ ਇਦਾਂ ਹੋ ਜਾਵੇ, ਡਰਾਈ ਰੱਖਣਾ ਪੈਂਦਾ ਜਾਂ ਕੁਛ ਇਦਾਂ ਜੀ ਰਾਜਕਰਨ ਜੀ, ਜਿਹੜਾ ਫੰਗਸ ਆ ਨਾ ਓਕ ਰੂਟ ਦਾ, ਉਹਦਾ ਆਈ ਥਿੰਕ ਇੱਕ ਗੁੱਡ ਬੈਕਟੀਰੀਆ ਹੈਗਾ ਵੀ ਜਿਹੜਾ ਉਹਨੂੰ ਈਟ ਕਰਦਾ ਹੈਗਾ। ਅੱਛਾ, ਪਰ ਉਹ ਸੁਜੈਸਟ ਵੀ ਕਰਦੇ ਵੀ 1-2 ਸਾਲ ਖਾਲੀ ਰੱਖੋ ਜਾਂ ਕਵਰ ਕ੍ਰੌਪ ਲਾਓ, ਪਰ ਹੁਣ ਇੰਨਾ ਟਾਈਮ ਨਹੀਂ, ਆਪਣੇ ਇੰਨੀ ਪੇਸ਼ੈਂਸ ਨਹੀਂ, ਨਾ ਹੀ ਸਮਾਂ ਵੀ ਹੁੰਦਾ। ਨਹੀਂ ਦੇਖੋ ਇਕਨੋਮਿਕ ਸਿੱਧਾ ਤਾਣਾ ਬਾਣਾ ਜੁੜਿਆ ਆ ਵੀ ਉਹ ਵੀ ਚੀਜ਼ਾਂ ਦੇਖਣੀਆਂ ਪੈਂਦੀਆਂ ਜੀ। ਸੋ ਉਹਦੇ ਚ ਮੇਰਾ ਐਕਸਪੀਰੀਅੰਸ ਕਾਫੀ ਵਧੀਆ ਰਿਹਾ। ਦੇਖੋ ਇੱਕ ਜਿਹੜਾ ਘਰ ਵਾਲਾ ਖੇਤ ਉਹ ਤੇ ਮੈਂ ਆਲਰੇਡੀ ਰੀਪਲਾਂਟ ਕਰ ਚੁੱਕਿਆ ਤੇ ਆਪਾਂ ਕੋਸ਼ਿਸ਼ ਕਰਾਂਗੇ ਸਰੋਤਿਆਂ ਨੂੰ ਸਾਰੇ ਨੰਬਰਸ ਵੀ ਦੱਸਣ ਦੀ ਵੀ ਮੇਰੀ ਪਰ ਕੀ ਕਾਸਟ ਆ ਰਹੀ ਆ, ਕੀ ਕਾਸਟ ਆਈ ਤੇ ਉਹਦਾ ਮੌਜੂਦਾ ਸਥਿਤੀ ਹਨਾ। ਸੋ ਦੂਜਾ ਖੇਤ ਜੀ ਮੈਂ ਉਹ ਸਬਜ਼ੀਆਂ ਵਾਲਾ ਹੀ ਖਰੀਦਿਆ ਸੀਗਾ, ਉਹਨੂੰ ਡਿਵੈਲਪ ਕਰਕੇ ਉੱਥੇ ਵੀ ਰੀਪਲਾਂਟਿੰਗ ਕਰ ਰਹੇ ਹਾਂਗੇ ਆਪਾਂ। ਤੇ ਸਾਰਾ ਹੀ ਸਿਟਰਸ ਕਰ ਰਹੇ ਹਾਂ ਹੁਣ? ਨਹੀਂ ਜੀ, ਉੱਥੇ ਮੈਂ ਜ਼ੋਰੀਜ਼ਾਨੀ ਆਲਮੰਡ। ਅੱਛਾ, ਇੱਕ ਪਾਸੇ ਐਲੀਮੈਂਟ ਕਰ ਰਹੇ ਆ ਤੇ ਇੱਕ ਪਾਸੇ ਸਿਟਰਸ। ਤੇ ਇਹਦਾ ਜਿਹੜਾ ਓਕ ਰੂਟ ਫੰਗਸ ਵਾਲੀ ਜਿਹੜੀ ਗੱਲ ਆ, ਇਹਦਾ ਕੋਈ ਸੋਇਲ ਟੈਸਟ ਦੇ ਵਿੱਚ ਆ ਜਾਂਦਾ, ਪਤਾ ਲੱਗ ਜਾਂਦਾ ਹੈ? ਤੁਸੀਂ ਉਹ ਕਰਵਾਇਆ ਹੁਣ ਉਹ ਚੀਜ਼? ਜੀ ਰਾਜਕਰਨ ਜੀ, ਹੁਣ ਮੈਂ ਜਿਹੜਾ ਘਰ ਵਾਲਾ ਸੀ ਉੱਥੇ ਤਾਂ ਆਪਾਂ ਨੂੰ ਪਤਾ ਹੀ ਸੀਗਾ ਵੀ ਨਹੀਂ ਦੂਜੇ ਚ ਨਹੀਂ ਕਰਵਾਇਆ ਜੀ, ਨਹੀਂ ਕਰਵਾਇਆ ਕਿਉਂਕਿ ਉੱਥੇ ਕੋਈ ਹਿਸਟੋਰੀਕਲੀ, ਪਰ ਉੱਥੇ ਤਾਂ ਸਬਜ਼ੀਆਂ ਸੀਗੀਆਂ, ਫਿਰ ਪਤਾ ਕਿੱਦਾਂ ਲੱਗੂਗਾ ਹੁਣ? ਹਾਂਜੀ, ਉੱਥੇ ਤਾਂ ਸਬਜ਼ੀਆਂ ਸੀਗੀਆਂ ਨਾ। ਇਹ ਵੀਰੇ ਜਿਹੜੀ ਓਕ ਰੂਟ ਇਹ ਨਾ ਕੋਈ ਜਿੱਥੇ ਸਾਡਾ ਪੁਰਾਣਾ ਘਰ ਆ ਉੱਥੇ ਰਿਵਰ ਬੈਡ ਦੇ ਲਾਗੇ ਆ ਗਈ ਸੀ, ਉੱਥੇ ਇੱਕ ਟਾਈਮ ਤੇ ਕੋਈ ਓਕਸ ਦੀ ਪਲਾਂਟਿੰਗ ਸੀਗੀ ਜਿੱਥੋਂ ਆਇਆ। ਓਕੇ ਸੋ ਉਹ ਉੱਥੇ ਤਾਂ ਬੈਠਾ ਆ। ਹਾਂਜੀ। ਤੇ ਪਰ ਇਹ ਟੈਸਟ ਕਰਾਉਣ ਦੀ ਜ਼ਰੂਰਤ, ਕਿਉਂਕਿ ਬਹੁਤ ਹੀ ਰੇਅਰ ਕੇਸ ਆ ਜਿਹੜਾ ਇੱਥੇ ਇਨਫੈਕਟਡ ਹੋਇਆ ਹੋਵੇ। ਅਪ ਨਾਰਥ ਸੈਕਰਾਮੈਂਟੋ ਵਾਲੀ ਸਾਈਡ ਦੇ ਕੇਸ ਬਹੁਤ ਹੈਗੇ, ਪਰ ਉੱਥੇ ਫਿਰ ਮੋਇਸਚਰ ਜ਼ਿਆਦਾ ਹੈ। ਹਾਂਜੀ, ਤਾਂ ਕਰਕੇ ਚਲੋ ਆਪਾਂ ਇਹ ਗੱਲ ਨੂੰ ਨਾ ਕੰਟੀਨਿਊ ਰੱਖਾਂਗੇ। ਤੁਹਾਡੀ ਜਿਹੜੀ ਪੂਰੀ ਡਿਵੈਲਪਮੈਂਟ ਦੀ ਇਹ ਸਾਰੀ ਚੀਜ਼ ਜਿਹੜੀ ਇੱਕ ਪਾਸੇ ਤੁਸੀਂ ਐਲਮੰਡ ਦੀ ਕਰ ਰਹੇ, ਇੱਕ ਪਾਸੇ ਜਿਹੜੀ ਸਿਟਰਸ ਦੀ ਕਰ ਰਹੇ ਆ, ਇਹ ਬਹੁਤ ਸਾਰੇ ਲੋਕਾਂ ਦੇ ਲਈ ਸਹਾਈ ਚੀਜ਼ ਜਿਹੜੀ ਉਹ ਹੋਊਗੀ। ਇੱਕ ਹਿਸਾਬ ਦੇ ਨਾਲ ਟ੍ਰੇਨਿੰਗ ਵੀਡੀਓ ਹੀ ਆ ਜਾਂ ਟ੍ਰੇਨਿੰਗ ਗੱਲਬਾਤ ਹੀ ਹੋਊਗੀ ਵੀ ਜਿਨ੍ਹਾਂ ਨੇ ਇੱਦਾਂ ਦੀ ਡਿਵੈਲਪ ਕਰਨੀ ਉਹਨਾਂ ਨੂੰ ਕਾਫੀ ਚੀਜ਼ਾਂ ਇਸ ਦੇ ਵਿੱਚ ਲਰਨ ਕਰਨ ਨੂੰ, ਸਿੱਖਣ ਨੂੰ ਜਿਹੜੀਆਂ ਮਿਲਣਗੀਆਂ। ਜੀ ਰਾਜਕਰਨ ਵੀਰ, ਖਾਸ ਕਰਕੇ ਆਪਣੇ ਫਾਈਨੈਂਸਿਸ ਹੈ ਨਾ, ਉਹ ਬਹੁਤ ਵੱਡਾ ਜਿਹੜਾ ਹੁੰਦਾ, ਕਿਉਂਕਿ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ, ਸੋਚਦਾ ਕੁਛ ਆ ਤੇ ਜਦੋਂ ਆ ਕੇ ਪੈਂਦੀ ਆ, ਜਦੋਂ ਸੱਟ ਵੱਜਦੀ ਆ ਅਸਲ ਦੇ ਵਿੱਚ ਮਨੀ ਵਾਲੀ, ਤੇ ਉਦੋਂ ਅਸਲ 'ਚ ਪਤਾ ਲੱਗਦਾ ਵੀ ਕਿਸ ਭਾਅ ਵਿਕ ਰਹੀਆਂ ਚੀਜ਼ਾਂ। ਬਿਲਕੁਲ ਵੀਰ, ਆਪਾਂ ਟਰਾਈ ਕਰਾਂਗੇ ਜਿੰਨੀ ਕੁ ਮੇਰੀ ਕਾਸਟ ਆਈ ਪਰ ਲਾਈਨ ਆਈਟਮ ਆਪਾਂ ਸਰੋਤਿਆਂ ਨੂੰ ਦੱਸ ਦਾਂਗੇ ਵੀ ਜਿਹੜਾ ਵੀ ਕੋਈ ਚਾਹਵਾਨ ਹੋਵੇ ਨਵਾਂ ਖੇਤ ਡਿਵੈਲਪ ਕਰਨਾ, ਐਟਲੀਸਟ ਉਹਨਾਂ ਨੂੰ ਨਾ ਟਰਾਂਸਪੇਰੈਂਸੀ ਹੋਵੇ ਵੀ ਆਹ ਆਪਾਂ ਐਕਸਪੈਕਟ ਕਰ ਰਹੇ ਹਾਂ, ਆਹ ਖਰਚਾ ਅਸਲ 'ਚ ਆਊਗਾ। ਜੀ ਬਿਲਕੁਲ, ਧੰਨਵਾਦ ਦਇਆ ਦੀਪਕ ਸਿੰਘ ਜੀ ਅੱਜ ਦੇ ਪ੍ਰੋਗਰਾਮ ਦੇ ਲਈ। ਮਿਲਦੇ ਹਾਂ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ।